ਮੇਰੇ ਪੰਜਾਬ ਭਰ ਦੇ ਬਹੁਤ ਪਿਆਰੇ ਵਿਦਿਆਰਥੀਆਂ ਨੂੰ ਅਤੇ ਸਾਰੇ ਹੀ ਅਧਿਆਪਕ ਸਹਿਬਾਨਾਂ ਨੂੰ ਮੇਰੇ ਵੱਲੋਂ ਹਰਮਿੰਦਰ ਕੌਰ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ ਅੱਜ ਅਸੀਂ ਇੱਕ ਵੈਰੀ ਇੰਪੋਰਟੈਂਟ ਲੈਕਚਰ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਹਾਡੀਆਂ 13 ਤਰੀਕ ਤੋਂ ਸਤੰਬਰ ਦੀਆਂ ਜੋ ਪ੍ਰੀਖਿਆਵਾਂ ਨੇ ਉਹ ਸ਼ੁਰੂ ਹੋ ਰਹੀਆਂ ਨੇ ਔਰ ਜੋ ਸਤੰਬਰ ਪ੍ਰੀਖਿਆ ਬੇਟੇ ਤੁਹਾਡੀ ਸ਼ੁਰੂ ਹੋ ਰਹੀ ਹੈ, ਇਸ ਪ੍ਰੀਖਿਆ ਦੇ ਵਿੱਚ ਪੰਜਾਬ ਅਚੀਵਮੈਂਟ ਸਰਵੇ ਦੇ ਅਕੋਰਡਿੰਗ ਪੈਸ ਦੇ ਅਕੋਰਡਿੰਗ ਤੁਹਾਡਾ ਪੇਪਰ ਸੈੱਟ ਕੀਤਾ ਗਿਆ ਹੈ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਇਹ ਪੇਪਰ ਤੁਹਾਡੇ ਲਈ ਬਹੁਤ ਹੀ ਈਜ਼ੀ ਹੋਣ ਵਾਲਾ ਹੈ। ਈਜ਼ੀ ਮੈਂ ਇਸ ਕਰਕੇ ਕਹਾਂਗੀ ਕਿ ਜੇਕਰ ਲੈਸਨ ਸੰਬੰਧੀ ਤੁਹਾਡੇ ਕਨਸੈਪਟ ਕਲੀਅਰ ਨੇ, ਤੁਸੀਂ ਲੈਸਨ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਹੈ, ਰੱਟਾ ਨਹੀਂ ਮੈਂ ਕਹਿ ਰਹੀ, ਚੰਗੀ ਤਰ੍ਹਾਂ ਸਮਝਿਆ ਹੋਇਆ ਹੈ, ਲੈਸਨ ਦੇ ਕਨਸੈਪਟ ਤੁਹਾਡੇ ਕਲੀਅਰ ਨੇ, ਤੁਸੀਂ ਉਸ ਨੂੰ ਪੜ੍ਹਿਆ ਵੀ ਚੰਗੀ ਤਰ੍ਹਾਂ ਹੈ, ਤਾਂ ਇਹ ਪੇਪਰ ਤੁਹਾਡੇ ਲਈ ਬਹੁਤ ਹੀ ਈਜ਼ੀ ਹੋਣ ਵਾਲਾ ਹੈ। ਸੋ ਇਸ ਪੇਪਰ ਦਾ ਪੈਟਰਨ ਪੈਸ ਦੇ ਅਕੋਰਡਿੰਗ ਥੋੜਾ ਜਿਹਾ ਇਸ ਵਾਰੀ ਚੇਂਜ ਕੀਤਾ ਗਿਆ ਹੈ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਇਸ ਪੈਸ ਦੇ ਪੇਪਰ ਦੀ ਸਤੰਬਰ ਪ੍ਰੀਖਿਆ ਦੀ ਦੁਹਰਾਈ ਕਰਾਂਗੇ, ਕੁਝ ਇੰਪੋਰਟੈਂਟ ਕੁਐਸਚਨਸ ਦੇ ਉੱਤੇ ਚਰਚਾ ਕਰਾਂਗੇ। ਸੋ ਮੈਂ ਉਮੀਦ ਕਰਦੀ ਹਾਂ ਲੈਕਚਰਰ ਸਾਹਿਬਾਨ ਤੋਂ ਵੀ ਤੇ ਆਪਣੇ ਸਮੁੱਚੇ ਪੰਜਾਬ ਭਰ ਦੇ ਵਿਦਿਆਰਥੀਆਂ ਤੋਂ ਵੀ ਕਿ ਅੱਜ ਦਾ ਲੈਕਚਰ ਤੁਸੀਂ ਬੜੇ ਧਿਆਨ ਨਾਲ ਸੁਣੋਗੇ ਔਰ ਤੁਸੀਂ ਸਾਰੇ, ਮੈਂ ਕੋਸ਼ਿਸ਼ ਕਰਾਂਗੀ ਇਹ ਲੈਕਚਰ YouTube ਤੇ ਵੀ ਜਲਦੀ ਹੀ ਪਾਇਆ ਜਾਵੇ ਤਾਂ ਜੋ ਤੁਸੀਂ ਆਪਣੇ ਪੇਪਰ ਤੋਂ ਪਹਿਲਾਂ ਵੀ ਰਿਵੀਜ਼ਨ ਕਰ ਸਕੋ। ਸੋ ਅਸੀਂ ਆਓ ਕਰੀਏ ਦੁਹਰਾਈ, ਲੈਟ ਅਸ ਰਿਵਾਈਜ਼ ਸਤੰਬਰ ਸਿਲੇਬਸ 2021 ਜੋ ਤੁਹਾਡੇ ਪੇਪਰ 13 ਤਰੀਕ ਤੋਂ ਸ਼ੁਰੂ ਹੋਣ ਵਾਲੇ ਨੇ, ਉਹਨਾਂ ਦੀ ਦੁਹਰਾਈ ਕਰਦੇ ਹਾਂ। ਬੜੀ ਮਿਹਨਤ ਨਾਲ, ਬੜੇ ਇੰਟਰਸਟ ਦੇ ਨਾਲ ਲੈਸਨ ਸੁਣਨਾ, ਉਮੀਦ ਕਰਦੀ ਹਾਂ ਤੁਹਾਨੂੰ ਸਭ ਨੂੰ ਪਸੰਦ ਵੀ ਆਏਗਾ। ਚਲੋ ਬੇਟੇ, ਸਭ ਤੋਂ ਪਹਿਲੀ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਪ੍ਰਸ਼ਨ ਪੱਤਰ ਦੇ ਵਿੱਚ 40 ਕੁਐਸਚਨਸ ਹੋਣਗੇ। ਦੇਅਰ ਵਿਲ ਬੀ 40 ਕੁਐਸਚਨਸ ਇਨ ਯੋਰ ਕੁਐਸਚਨ ਪੇਪਰ। 40 ਕੁਐਸਚਨਸ ਦੇ ਵਿੱਚੋਂ ਬੇਟੇ ਤੁਸੀਂ ਲਾ ਲਓ ਕਿ 30 ਕੁਐਸਚਨਸ ਤੁਹਾਨੂੰ ਤੁਹਾਡੇ ਜੁਲਾਈ ਅਤੇ ਅਗਸਤ ਦੇ ਸਿਲੇਬਸ ਚੋਂ ਆਉਣਗੇ ਅਤੇ 10 ਕੁਐਸਚਨ ਜਿਹੜੇ ਹੈ ਇਹ ਤੁਹਾਨੂੰ ਤੁਹਾਡੇ ਅਪ੍ਰੈਲ ਤੇ ਮਈ ਦੇ ਸਿਲੇਬਸ ਚੋਂ ਆਉਣਗੇ। ਜਾਂ ਮੈਂ ਇਹ ਕਹਾਂ ਕਿ 25% ਹਿੱਸਾ ਤੁਹਾਡੇ ਅਪ੍ਰੈਲ ਅਤੇ ਮਈ ਦੇ ਸਿਲੇਬਸ ਜੋ ਤੁਸੀਂ ਪਹਿਲਾਂ ਕਰ ਚੁੱਕੇ ਹੋ ਉਹਦੇ ਵਿੱਚੋਂ ਆਏਗਾ ਅਤੇ 75% ਹਿੱਸਾ ਜੋ ਹੈ ਇਹ ਤੁਹਾਡੇ ਜੁਲਾਈ ਅਗਸਤ ਦੇ ਸਿਲੇਬਸ ਦੇ ਵਿੱਚੋਂ ਜੋ ਤੁਹਾਡਾ ਹੈ ਪ੍ਰੈਸਕ੍ਰਾਈਬਡ ਸਿਲੇਬਸ ਉਹਦੇ ਵਿੱਚੋਂ ਆਏਗਾ। ਸੋ ਜੇ 25% ਦੇਖਦੇ ਹਾਂ ਤਾਂ ਆਈ ਥਿੰਕ 10 ਕੁਐਸਚਨਸ, ਇੱਕ ਅੱਧੀ ਗਿਣਤੀ ਉੱਪਰ ਨੀਚੇ ਹੋ ਸਕਦੀ ਹੈ, 10 ਕੁਐਸਚਨਸ ਤੁਹਾਡੇ ਅਪ੍ਰੈਲ ਮਈ ਚੋਂ ਆਉਣਗੇ ਤੇ 30 ਕੁਐਸਚਨਸ ਤੁਹਾਡੇ ਲਈ ਛੋਟੇ ਕੁਐਸਚਨਸ, ਮਲਟੀਪਲ ਚੁਆਇਸ ਕੁਐਸਚਨਸ, ਰਾਈਟ ਰੋਂਗ ਕੁਐਸਚਨਸ, ਜਿੱਥੇ ਤੁਹਾਨੂੰ ਦਿਮਾਗ ਲਗਾਉਣਾ ਪਵੇ, ਜਿੱਥੇ ਤੁਹਾਨੂੰ ਆਪਣੀ ਨੌਲੇਜ ਅਪਲਾਈ ਕਰਨੀ ਪਵੇ, ਜਿੱਥੋਂ ਇਹ ਪਤਾ ਲੱਗੇ ਕਿ ਤੁਹਾਡੇ ਲਈ ਕਨਸੈਪਟ ਕਲੀਅਰ ਹੈ ਜਾਂ ਨਹੀਂ ਕਲੀਅਰ, ਇਸ ਟਾਈਪ ਦੇ ਕੁਐਸਚਨਸ ਹੋਣਗੇ। ਬਹੁਤ ਹੀ ਈਜ਼ੀ ਪੇਪਰ ਹੋਏਗਾ ਪਰ ਸਮਝ ਆਉਣ ਵਾਲਾ ਹੋਏਗਾ। ਮੈਨੂੰ ਲੱਗਦਾ ਹੈ ਇਸ ਪੇਪਰ 'ਚ ਉਹੀ ਬੱਚੇ ਪੂਰੇ ਨੰਬਰ ਲੈ ਕੇ ਜਾ ਸਕਦੇ ਹਨ ਜਿਹੜੇ ਬੱਚਿਆਂ ਦੇ ਕਨਸੈਪਟ ਬਿਲਕੁਲ ਕਲੀਅਰ ਹੋਣ। ਸੋ ਬੱਚੇ, ਇਹ ਤੁਹਾਡੇ ਮੈਂ ਲੈਸਨਸ ਦੇ ਨੇਮ ਦੇ ਦਿੱਤੇ ਹੈ, ਇਹ ਤੁਹਾਡੇ ਅਧਿਆਪਕ ਸਹਿਬਾਨ ਨੇ ਵੀ ਤੁਹਾਨੂੰ ਜ਼ਰੂਰ ਦੱਸੇ ਹੋਣਗੇ। ਸੋ ਇਹਦੇ ਤੇ ਉੱਤੇ ਤੁਸੀਂ ਨਜ਼ਰ ਮਾਰ ਲਓ, ਜੇ ਨਹੀਂ ਲਿਖਿਆ ਤਾਂ ਤੁਸੀਂ ਇਹਨੂੰ ਲਿਖ ਵੀ ਸਕਦੇ ਹੋ। ਹੁਣ ਅਸੀਂ 7 ਲੈਸਨਸ ਦੀ ਦੁਹਰਾਈ ਕਰਨੀ ਹੈ, ਇਸ ਕਰਕੇ ਥੋੜੀ ਮੈਂ ਜਲਦੀ ਕਰਾਂਗੀ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਉਦਾਰਵਾਦ ਤੋਂ ਬੇਟੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੇ ਅਸੀਂ 30 ਕੁਐਸਚਨ ਦਾ ਹਿਸਾਬ ਲਾਈਏ ਤਾਂ ਮੇਰੇ ਹਿਸਾਬ ਨਾਲ 7 ਤੋਂ 8 ਪ੍ਰਸ਼ਨ, 6, 7, 8 ਪ੍ਰਸ਼ਨ ਉਦਾਰਵਾਦ ਵਿੱਚ ਹੋਣਗੇ। ਸੋ ਉਦਾਰਵਾਦ, ਜਿਸ ਨੂੰ ਇੰਗਲਿਸ਼ ਦੇ ਵਿੱਚ ਲਿਬਰਲਿਜ਼ਮ ਕਿਹਾ ਜਾਂਦਾ ਹੈ, ਸਭ ਤੋਂ ਪਹਿਲੀ ਗੱਲ, ਜਦੋਂ ਕੱਲ ਮੈਂ ਆਪਣੀ ਕਲਾਸ 'ਚ ਵੀ ਡਿਸਕਸ ਕਰ ਰਹੀ ਸੀ, ਜਦੋਂ ਤੁਹਾਨੂੰ ਕੋਈ ਉਦਾਰਵਾਦ ਦਾ ਕਿਤੇ ਵੀ ਨਾਮ ਸੁਣਾਈ ਦਿੰਦਾ ਹੈ, ਕਦੇ ਵੀ ਜ਼ਿੰਦਗੀ 'ਚ ਤੁਸੀਂ ਉਦਾਰਵਾਦ ਸੁਣੋ, ਲਿਬਰਲ ਸ਼ਬਦ ਸੁਣੋ, ਤਾਂ ਤੁਸੀਂ ਯਾਦ ਰੱਖਣਾ ਹੈ ਇਹ ਉਹ ਵਿਚਾਰਧਾਰਾ ਹੈ ਜਿਹੜੀ ਸੁਤੰਤਰਤਾ ਦੇ ਆਲੇ ਦੁਆਲੇ ਘੁੰਮਦੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਸਾਰੀ ਵਿਚਾਰਧਾਰਾ ਦਾ ਨਿਚੋੜ ਕੀ ਹੈ? ਸੁਤੰਤਰਤਾ। ਉਦਾਰਵਾਦ ਦਾ ਦੂਜਾ ਨਾਮ ਹੀ ਸੁਤੰਤਰਤਾ ਹੈ। ਜਦੋਂ ਉਦਾਰਵਾਦ ਦਾ ਸ਼ਬਦੀ ਅਰਥ ਆਪਾਂ ਕਰਦੇ ਹਾਂ ਤਾਂ ਸ਼ਬਦੀ ਅਰਥ ਦੇ ਵਿੱਚ ਆਪਾਂ ਨੂੰ ਪਤਾ ਹੈ ਲਿਬਰਲਿਜ਼ਮ ਲਿਬਰਲਿਸ ਵਰਡ ਤੋਂ ਲਿਆ ਗਿਆ ਹੈ ਅਤੇ ਲਿਬਰਲਿਸ ਦਾ ਮਤਲਬ ਹੈਗਾ ਆਜ਼ਾਦ ਵਿਅਕਤੀ। ਸੋ ਇਸ ਕਰਕੇ ਇਹ ਉਹ ਵਿਚਾਰਧਾਰਾ ਹੈ ਜੋ ਮਨੁੱਖ ਦੀ ਸੁਤੰਤਰਤਾ, ਮਨੁੱਖ ਦੀ ਆਜ਼ਾਦੀ, ਮਨੁੱਖ ਨੂੰ ਬਿਲਕੁਲ ਫ੍ਰੀ ਕਰ ਦੇਣਾ, ਮੁਕਤ ਕਰ ਦੇਣਾ, ਉਹਦੇ ਤੇ ਜ਼ੋਰ ਦਿੰਦੀ ਹੈ। ਇੱਕ ਗੱਲ ਮੈਂ ਜ਼ਰੂਰ ਸਾਰੇ ਬੱਚਿਆਂ ਨੂੰ ਅੱਜ ਕਹਿਣਾ ਚਾਹਾਂਗੀ ਕਿ ਜੋ ਕੁਝ ਮੈਂ ਬੋਲੀ ਜਾਵਾਂ ਅੱਜ ਬੇਟੇ, ਤੁਸੀਂ ਉਹਨੂੰ ਪੱਲੇ ਬੰਨ੍ਹ ਲੈਣਾ। ਇਸ ਲੈਕਚਰ ਨੂੰ ਜਿੰਨੀ ਵਾਰੀ ਦੇਖ ਸਕਦੇ ਹੋ ਓਨੀ ਵਾਰੀ ਦੇਖਣਾ, ਕਿਉਂਕਿ ਜਦੋਂ ਮੈਂ ਤੁਹਾਨੂੰ ਕੁਝ ਵੀ ਬੋਲਾਂਗੀ
ਤਾਂ ਸਮਝੋ ਉਹ ਤੁਹਾਡੇ ਲਈ ਕੁਐਸਚਨ ਹੋਏਗਾ। ਤੁਹਾਨੂੰ ਉਹਦੇ ਨਾਲ ਦੇ ਕੁਐਸਚਨ ਸਤੰਬਰ 'ਚ, ਦਸੰਬਰ 'ਚ, ਇੱਥੋਂ ਤੱਕ ਕਿ ਮਾਰਚ ਪ੍ਰੀਖਿਆ ਵਿੱਚ ਉਸੇ ਟਾਈਪ ਦੇ ਕੁਐਸਚਨਸ ਆ ਜਾਂਦੇ। ਜਿਵੇਂ ਕਈ ਵਾਰੀ ਅਸੀਂ ਕੁਐਸਚਨ ਪਾ ਦਿੰਦੇ ਆ ਸੁਤੰਤਰਤਾ ਉਦਾਰਵਾਦ ਡੈਸ਼ ਵਿਚਾਰਧਾਰਾ ਹੈ ਜਾਂ ਉਦਾਰਵਾਦ ਦਾ ਦੂਜਾ ਨਾਮ ਡੈਸ਼ ਹੈ, ਤਾਂ ਕੀ ਹੈ? ਸੁਤੰਤਰਤਾ ਹੈ। ਉਸੇ ਵੀ ਟਾਈਪ ਨਾਲ ਕੁਐਸਚਨ ਆ ਸਕਦਾ। ਸੋ ਅੱਗੇ ਆਪਾਂ ਗੱਲ ਕਰਾਂਗੇ ਉਦਾਰਵਾਦ ਦਾ ਸ਼ਬਦੀ ਅਰਥ। ਤੁਸੀਂ ਜ਼ਰੂਰ ਔਰ ਜ਼ਰੂਰ ਕਰਨਾ ਹੈ, ਜ਼ਰੂਰ ਔਰ ਜ਼ਰੂਰ ਕਰਨਾ ਹੈ। ਸ਼ਬਦੀ ਅਰਥ ਤੇ ਕੁਐਸਚਨ ਆ ਸਕਦਾ ਹੈ। ਅੱਗੇ ਉਦਾਰਵਾਦ ਨੂੰ ਆਪਾਂ ਨੇ ਪਹਿਲਾਂ ਦੋ ਭਾਗਾਂ 'ਚ ਵੰਡਿਆ, ਇੱਕ ਪੁਰਾਤਨ ਉਦਾਰਵਾਦ, ਇੱਕ ਨਵਾਂ ਉਦਾਰਵਾਦ। ਤੁਹਾਡੀ ਬੁੱਕਸ ਦੇ ਵਿੱਚ ਹੈ ਪੁਰਾਤਨ ਉਦਾਰਵਾਦ ਨੇ ਮਨੁੱਖ ਨੂੰ ਬੇਹੱਦ ਸੁਤੰਤਰਤਾ ਦੇ ਦਿੱਤੀ, ਲੋੜ ਤੋਂ ਜ਼ਿਆਦਾ ਸੁਤੰਤਰਤਾ ਦਿੱਤੀ। ਮਨੁੱਖ ਦੇ ਉੱਤੇ ਕੋਈ ਰੋਕਾਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ, ਮਨੁੱਖ ਨੂੰ ਟੋਟਲੀ ਮੁਕਤ ਕੀਤਾ ਜਾਵੇ, ਟੋਟਲੀ ਫ੍ਰੀ ਛੱਡਿਆ ਜਾਵੇ। ਨਵੇਂ ਉਦਾਰਵਾਦ ਨੂੰ ਜੇ ਆਪਾਂ ਕਹੀਏ ਤਾਂ ਨਵੇਂ ਉਦਾਰਵਾਦ ਨੇ ਕਿਹਾ ਕਿ ਨਹੀਂ, ਮਨੁੱਖ ਨੂੰ ਸੁਤੰਤਰਤਾ ਤਾਂ ਦਿੱਤੀ ਜਾਵੇ ਪਰ ਸੀਮਤ ਦਿੱਤੀ ਜਾਵੇ, ਨਿਯਮਾਂ ਦੇ ਅੰਦਰ ਰਹਿ ਕੇ ਦਿੱਤੀ ਜਾਵੇ। ਦੂਸਰੀ ਗੱਲ, ਪੁਰਾਤਨ ਉਦਾਰਵਾਦੀ ਸੁਤੰਤਰ ਅਤੇ ਖੁੱਲ੍ਹਾ ਵਪਾਰ ਕਰਨਾ ਚਾਹੁੰਦੇ ਸਨ। ਉਹ ਕਹਿੰਦੇ ਸਨ ਵਪਾਰ ਦੇ ਉੱਤੇ, ਮਨੁੱਖ ਦੇ ਰੁਜ਼ਗਾਰ ਤੇ, ਧੰਦੇ ਤੇ, ਆਰਥਿਕ ਖੇਤਰ ਵਿੱਚ ਮਨੁੱਖ ਨੂੰ ਕੋਈ ਰੋਕ ਟੋਕ ਨਾ ਹੋਵੇ, ਰਾਜ ਮਨੁੱਖ ਲਈ ਕੋਈ ਵੀ ਨਿਯਮ ਨਾ ਬਣਾਵੇ। ਉਹਨਾਂ ਨੇ ਬਿਲਕੁਲ ਖੁੱਲ੍ਹਾ ਵਪਾਰ ਦਿੱਤਾ। ਜਦੋਂ ਕਿ ਤੁਸੀਂ ਇੱਕ ਤੁਹਾਡੇ ਸਾਹਮਣੇ ਮੈਂ ਟੇਬਲ ਵੀ ਲਗਾਇਆ ਹੋਇਆ ਹੈ ਕਿ ਨੋ ਗਵਰਨਮੈਂਟ ਇੰਟਰਫੇਅਰੈਂਸ। ਗਵਰਨਮੈਂਟ ਇਕਨੋਮਿਕ ਖੇਤਰ ਦੇ ਵਿੱਚ ਗਵਰਨਮੈਂਟ ਬਿਲਕੁਲ ਇੰਟਰਫੇਅਰ ਨਹੀਂ ਕਰੇਗੀ, ਪੁਰਾਣੇ ਉਦਾਰਵਾਦੀਆਂ ਨੇ ਕਿਹਾ। ਉਹਦਾ ਰਿਜ਼ਲਟ ਕੀ ਨਿਕਲਿਆ? ਇੰਡਸਟਰੀਅਲ ਰੈਵੋਲੂਸ਼ਨ, ਗ੍ਰੇਟ ਡਿਪਰੈਸ਼ਨ। ਤੁਹਾਡੇ ਟੀਚਰਸ ਨੇ ਵੀ ਦੱਸਿਆ ਹੋਣਾ ਕਿ ਬਹੁਤ ਮਾੜੇ ਨਤੀਜੇ ਨਿਕਲੇ ਜਿਸ ਦੇ। ਫਿਰ ਨਵੇਂ ਉਦਾਰਵਾਦੀਆਂ ਨੇ ਕੀ ਕਿਹਾ ਕਿ ਨਹੀਂ, ਅਰਥ ਵਿਵਸਥਾ ਨਿਯਮਬੱਧ ਹੋਣੀ ਚਾਹੀਦੀ ਹੈ, ਇਹ ਗਵਰਨਮੈਂਟ ਦਾ ਇਸ ਤੇ ਕੰਟਰੋਲ ਹੋਣਾ ਚਾਹੀਦਾ ਹੈ। ਜ਼ਰੂਰੀ ਰੋਕਾਂ ਅਰਥ ਵਿਵਸਥਾ ਤੇ, ਵਪਾਰ ਤੇ, ਰੁਜ਼ਗਾਰ ਤੇ, ਇਹ ਜ਼ਰੂਰ ਸਰਕਾਰ ਦੇ ਕੰਟਰੋਲ ਅਧੀਨ ਹੋਣਾ ਚਾਹੀਦਾ ਹੈ। ਹਾਂ, ਰਾਜ ਜ਼ਿਆਦਾ ਰੋਕਾਂ ਨਾ ਲਾਵੇ ਪਰ ਜਿਹੜੀਆਂ ਜ਼ਰੂਰੀ ਹੋਣ ਨਿਯਮ ਬਣਾਵੇ, ਜ਼ਰੂਰੀ ਨਿਯਮ ਜ਼ਰੂਰ ਹੋਣੇ ਚਾਹੀਦੇ ਹਨ। ਤੀਸਰੀ ਚੀਜ਼, ਪੁਰਾਤਨ ਉਦਾਰਵਾਦੀ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਸਨ ਅਤੇ ਉਹ ਚਾਹੁੰਦੇ ਸਨ ਕਿ ਰਾਜ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਰਾਜ ਇੱਕ ਜ਼ਰੂਰੀ ਬੁਰਾਈ ਹੈ, ਇਹਦੀ ਕੋਈ ਖਾਸ ਲੋੜ ਨਹੀਂ ਹੈ। ਉਹ ਮਨੁੱਖ ਨੂੰ ਜ਼ਿਆਦਾ ਇੰਪੋਰਟੈਂਟ ਮੰਨਦੇ ਹਨ। ਪੁਰਾਤਨ ਉਦਾਰਵਾਦੀ ਮਨੁੱਖ ਨੂੰ ਰਾਜ ਨਾਲੋਂ ਜ਼ਿਆਦਾ ਇੰਪੋਰਟੈਂਟ ਮੰਨਦੇ ਹਨ, ਜਦੋਂ ਕਿ ਨਵੇਂ ਉਦਾਰਵਾਦੀ ਉਹ ਰਾਜ ਨੂੰ ਇੱਕ ਬੁਰੀ ਸੰਸਥਾ ਨਹੀਂ ਬਲਕਿ ਇੱਕ ਜ਼ਰੂਰੀ ਸੰਸਥਾ ਮੰਨਦੇ ਹਨ। ਉਹਨਾਂ ਦੇ ਅਨੁਸਾਰ ਰਾਜ ਅਤੇ ਮਨੁੱਖ ਦੋਵੇਂ ਜ਼ਰੂਰੀ ਨੇ, ਪਰ ਮਨੁੱਖਾਂ ਨਾਲੋਂ ਵੀ ਜ਼ਿਆਦਾ ਰਾਜ ਜ਼ਰੂਰੀ ਹੈ। ਤੁਸੀਂ ਡਿਫਰੈਂਸ ਦੇਖ ਰਹੇ ਹੋ ਬੇਟੇ, ਦੋਨਾਂ ਦੇ ਵਿੱਚ ਡਿਫਰੈਂਸ ਹੈ। ਉਸ ਤੋਂ ਅਗਲੀ ਗੱਲ, ਪੁਰਾਤਨ ਉਦਾਰਵਾਦੀ ਇਹ ਮੰਨਦੇ ਹਨ ਕਿ ਅਧਿਕਾਰ ਜਿਹੜੇ ਹਨ ਉਹ ਕੁਦਰਤ ਦਿੰਦੀ ਹੈ, ਪਰਮਾਤਮਾ ਦਿੰਦਾ ਹੈ, ਇਹਦੇ ਨਾਲ ਰਾਜ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਦੋਂ ਕਿ ਨਵੇਂ ਉਦਾਰਵਾਦੀ ਇਹ ਮੰਨਦੇ ਹਨ ਕਿ ਜੇਕਰ ਅਧਿਕਾਰ ਕੁਦਰਤ ਵੀ ਦਿੰਦੀ ਹੈ ਤਾਂ ਵੀ ਅਧਿਕਾਰ ਕੇਵਲ ਰਾਜ ਵਿੱਚ ਹੀ ਸੰਭਵ ਨੇ, ਰਾਜ ਤੋਂ ਬਿਨਾਂ ਅਧਿਕਾਰਾਂ ਦਾ ਕੋਈ ਫਾਇਦਾ ਨਹੀਂ ਹੈ, ਅਧਿਕਾਰਾਂ ਨੂੰ ਬਚਾਇਆ ਨਹੀਂ ਜਾ ਸਕਦਾ। ਸੋ ਬੱਚੇ, ਇੱਕ ਤਾਂ ਤੁਹਾਨੂੰ ਜਦੋਂ ਵੀ ਮੈਂ ਮਾਰਚ ਤੱਕ ਦੀ ਪ੍ਰੀਖਿਆ ਦੀ ਰਿਵੀਜ਼ਨ ਕਰਾ ਰਹੀ ਹਾਂ ਕਿ ਜਦੋਂ ਵੀ ਤੁਸੀਂ ਦੇਖੋਗੇ ਤੁਹਾਨੂੰ ਇਹਦੇ ਵਿੱਚੋਂ ਕਿਸੇ ਵੀ ਟਾਈਪ ਦਾ ਕੁਐਸਚਨ ਆ ਸਕਦਾ ਹੈ। ਪੁਰਾਤਨ ਉਦਾਰਵਾਦੀ ਰਾਜ ਬਾਰੇ ਕੀ ਕਹਿੰਦੇ ਆ, ਇਹ ਤੁਹਾਨੂੰ ਸਟੇਟਮੈਂਟ ਆ ਸਕਦੀ ਹੈ। ਨਵੇਂ ਕੀ ਮੰਨਦੇ ਹਨ, ਇਹ ਆ ਸਕਦੀ ਹੈ। ਸੁਤੰਤਰ ਵਪਾਰ ਦੇ ਹੱਕ ਵਿੱਚ ਕੌਣ ਸਨ, ਪੁਰਾਤਨ ਕੇ ਨਵੇਂ, ਇਹ ਆ ਸਕਦਾ ਹੈ। ਕੁਦਰਤੀ ਅਧਿਕਾਰ ਕੌਣ ਮੰਨਦੇ ਹਨ, ਸਟੇਟਮੈਂਟ ਦੇ ਤੌਰ ਤੇ ਆ ਸਕਦਾ ਹੈ। ਤੁਹਾਨੂੰ 4 ਆਪਸ਼ਨਸ ਦੇ ਤੌਰ ਤੇ ਆ ਸਕਦਾ ਹੈ। ਪਰ ਜਿਹੜੇ ਇਹ ਪੁਆਇੰਟ ਨੇ ਦੋਨੋਂ ਉਦਾਰਵਾਦਾਂ ਦੇ, ਇਹਨਾਂ ਉੱਤੇ ਤੁਹਾਨੂੰ ਕੁਐਸਚਨ ਹਰ ਹਾਲਤ ਵਿੱਚ ਬੇਟੇ ਆਏਗਾ ਹੀ ਆਏਗਾ। ਸੋ ਨੋਟ ਕਰ ਲਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੁਰਾਤਨ ਉਦਾਰਵਾਦ ਕੀ ਹੈ ਅਤੇ ਨਵਾਂ ਉਦਾਰਵਾਦ ਕੀ ਹੈ। ਉਸ ਤੋਂ ਇਲਾਵਾ ਇਹ ਤਾਂ ਸੀ ਅੰਤਰ। ਅੱਗੇ ਆ ਗਈਆਂ ਸਮਾਨਤਾਵਾਂ। ਹੁਣ ਦੋਨੋਂ ਉਦਾਰਵਾਦ, ਪੁਰਾਣੇ ਉਦਾਰਵਾਦੀ ਵੀ ਮਨੁੱਖ ਨੂੰ ਸੁਤੰਤਰ ਕਰਨਾ ਚਾਹੁੰਦੇ ਹਨ, ਮਨੁੱਖ ਨੂੰ ਸਿਆਣਾ ਪ੍ਰਾਣੀ ਮੰਨਦੇ ਹਨ, ਮਨੁੱਖਤਾ ਤੇ ਜ਼ੋਰ ਦਿੰਦੇ ਹਨ, ਮਨੁੱਖ ਨੂੰ ਸਰਵ ਉੱਤਮ ਪ੍ਰਾਣੀ ਮੰਨਦੇ ਹਨ। ਨਵੇਂ ਉਦਾਰਵਾਦੀ ਵੀ ਮੰਨਦੇ ਹਨ। ਪੁਰਾਤਨ ਉਦਾਰਵਾਦੀ ਵੀ ਸਭ ਨੂੰ ਬਰਾਬਰ ਵੋਟ ਦਾ ਹੱਕ ਦੇਣਾ ਚਾਹੁੰਦੇ ਸਨ, ਨਵੇਂ ਉਦਾਰਵਾਦੀ ਵੀ ਦੇਣਾ ਚਾਹੁੰਦੇ ਸਨ। ਪੁਰਾਤਨ ਉਦਾਰਵਾਦੀ ਵੀ ਧਰਮ ਨਿਰਪੱਖ ਰਾਜ ਦੇ ਵਿੱਚ ਹੱਕ ਵਿੱਚ ਸਨ ਅਤੇ ਨਵੇਂ ਉਦਾਰਵਾਦੀ ਵੀ ਧਰਮ ਨਿਰਪੱਖ ਰਾਜ ਦੇ ਹੱਕ ਵਿੱਚ ਸਨ। ਪੁਰਾਤਨ ਉਦਾਰਵਾਦੀ ਵੀ ਮੰਨਦੇ ਹਨ ਕਿ ਸਮਾਜ ਵਿੱਚ ਕੋਈ ਵੀ ਧਰਮ, ਜਾਤ, ਭਾਸ਼ਾ, ਸੱਭਿਆਚਾਰ ਹੋ ਸਕਦਾ ਹੈ। ਸੋ ਨਵੇਂ ਵੀ ਇਹੀ ਮੰਨਦੇ ਹਨ ਕਿ ਬਹੁਵਾਦੀ ਸਮਾਜ ਹੋ ਸਕਦਾ ਹੈ। ਸੋ ਇਹ ਹੈਗੀਆਂ ਸਮਾਨਤਾਵਾਂ। ਇਸ ਤੋਂ ਪਿੱਛੇ ਜੋ ਅਸੀਂ ਕੀਤੀਆਂ ਸੀ ਉਹ ਹੈਗਾ ਦੋਨਾਂ ਦੇ ਵਿੱਚ ਡਿਫਰੈਂਸ। ਸੋ ਤੁਹਾਨੂੰ ਕੁਐਸਚਨ ਸਮਾਨਤਾਵਾਂ ਤੇ ਵੀ ਆ ਸਕਦਾ ਹੈ, ਤੁਹਾਨੂੰ ਕੁਐਸਚਨ ਡਿਫਰੈਂਸਿਸ ਤੇ ਵੀ ਆ ਸਕਦਾ ਹੈ।
ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋਨੋਂ ਉਦਾਰਵਾਦਾਂ ਦੀਆਂ ਕਿਹੜੀ, ਦੇਖੋ ਪੁਰਾਤਨ ਉਦਾਰਵਾਦ, ਨਵਾਂ ਉਦਾਰਵਾਦ, ਇਹਨਾਂ ਦੇ ਵਿੱਚ ਕੀ ਅੰਤਰ ਨੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦੋਨੋਂ ਕਿਹੜੀ ਕਿਹੜੀ ਗੱਲ ਦੇ ਉੱਤੇ ਇੱਕ ਦੂਜੇ ਤੋਂ ਅਲੱਗ ਨੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਵਿੱਚ ਕਿਹੜੀਆਂ ਸਮਾਨਤਾਵਾਂ ਨੇ, ਦੋਨੋਂ ਉਦਾਰਵਾਦੀ ਕਿਸ ਕਿਸ ਗੱਲ ਦੇ ਹੱਕ ਵਿੱਚ ਹਨ। ਸੋ ਕਿਉਂਕਿ ਉਦਾਰਵਾਦ ਚਾਹੇ ਪੁਰਾਤਨ ਹੈ ਚਾਹੇ ਨਵਾਂ ਹੈ, ਉਦਾਰਵਾਦ ਦਾ ਮਤਲਬ ਕੀ ਹੈ, ਮਨੁੱਖ ਨੂੰ ਸੁਤੰਤਰ ਬਣਾਉਣਾ, ਮਨੁੱਖ ਨੂੰ ਵੱਧ ਤੋਂ ਵੱਧ ਰਿਲੈਕਸ ਕਰਕੇ ਰੱਖਣਾ। ਸੋ ਇਹ ਨਹੀਂ ਹੋਏਗਾ ਕਿ ਨਵੇਂ ਉਦਾਰਵਾਦੀਆਂ ਨੇ ਮਨੁੱਖ ਦੇ ਉੱਤੇ ਰੋਕਾਂ ਲਗਾਤੀਆਂ, ਨਹੀਂ, ਉਹ ਕਹਿੰਦੇ ਸੀਮਤ ਸੁਤੰਤਰਤਾ ਦਿੱਤੀ ਜਾਣੀ ਚਾਹੀਦੀ ਹੈ। ਉਸ ਤੋਂ ਜੇ ਅਸੀਂ ਅੱਗੇ ਚੱਲੀਏ ਤਾਂ ਇੱਕ ਤੁਹਾਡੀ ਬੁੱਕਸ ਦੇ ਵਿੱਚ ਵੀ ਹੈ ਨਵ ਉਦਾਰਵਾਦ, ਨਿਊ ਲਿਬਰਲਿਜ਼ਮ। ਇਹ ਬੇਟੇ ਕੀ ਹੈ, ਜਦੋਂ ਨਵਾਂ ਉਦਾਰਵਾਦ ਵੀ ਖਤਮ ਹੋਇਆ ਤਾਂ ਉਸ ਤੋਂ ਅੱਗੇ ਵੀ ਇੱਕ ਉਦਾਰਵਾਦ ਨੇ ਜਨਮ ਲਿਆ 20ਵੀਂ ਸਦੀ 'ਚ, ਦੈਟ ਇਜ਼ ਕਾਲਡ ਨਿਊ ਲਿਬਰਲਿਜ਼ਮ। ਹੁਣ ਇਹ ਨਵ ਉਦਾਰਵਾਦ ਕੀ ਕਹਿੰਦੇ ਨੇ, ਦੇਖੋ ਨਵ ਉਦਾਰਵਾਦੀ ਮੈਂ ਥੋੜਾ ਦੱਸਾਂਗੀ ਕਿਉਂਕਿ ਮੈਂ 7 ਲੈਸਨ ਬੱਚੇ ਰਿਵਾਈਜ਼ ਕਰਾਉਣੇ ਨੇ। ਨਵੇਂ ਉਦਾਰਵਾਦੀ ਵੀ ਖੁੱਲੇ ਵਪਾਰ ਦੇ ਹੱਕ ਵਿੱਚ ਸਨ, ਖੁੱਲੇ ਸੰਸਾਰ ਦੇ ਹੱਕ ਵਿੱਚ ਸਨ। ਖੁੱਲਾ ਸੰਸਾਰ ਮਤਲਬ ਸੰਸਾਰ ਦੇ ਉੱਤੇ ਕੋਈ ਰੋਕਾਂ ਨਾ ਲਗਾਈਆਂ ਜਾਣ, ਆਯਾਤ ਨਿਰਯਾਤ ਦੇ ਖੁੱਲੇ ਮੌਕੇ ਹੋਣ। ਕੋਈ ਦੇਸ਼ ਸਮਾਨ ਭੇਜਣਾ ਚਾਹੁੰਦਾ ਹੈ, ਲਿਆਉਣਾ ਚਾਹੁੰਦਾ ਹੈ, ਅੰਤਰਰਾਸ਼ਟਰੀ ਸੰਸਥਾਵਾਂ, ਵਰਲਡ ਬੈਂਕ, IMF ਵਰਗੀਆਂ ਸੰਸਥਾਵਾਂ ਸਾਰੇ ਦੇਸ਼ਾਂ ਦੇ ਲਈ ਹੋਣ, ਖੁੱਲਾ ਸੰਸਾਰ ਹੋਵੇ। ਤਰੱਕੀ ਦੇ ਮੌਕੇ ਖੂਬ ਸਾਰੇ ਦੇਸ਼, ਅਜਿਹਾ ਅਰਥ ਵਿਵਸਥਾ ਅਜਿਹੀ ਹੋਵੇ ਜਿਹਦੇ ਨਾਲ ਸਭ ਨੂੰ ਤਰੱਕੀ ਦੇ ਮੌਕੇ ਮਿਲਣ, ਮਨੁੱਖ ਨੂੰ ਵੀ ਮਿਲਣ, ਦੇਸ਼ਾਂ ਨੂੰ ਵੀ ਮਿਲਣ, ਲੋਕਾਂ ਨੂੰ, ਦੇਸ਼ਾਂ ਨੂੰ ਵੱਧ ਤੋਂ ਵੱਧ ਆਰਥਿਕ ਸੁਤੰਤਰਤਾ ਹੋਵੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਕਿ ਆਯਾਤ ਨਿਰਯਾਤ ਉੱਤੇ ਰੋਕਾਂ ਘੱਟ ਤੋਂ ਘੱਟ ਹੋਣ। ਆਰਥਿਕ ਸੰਸਥਾਵਾਂ ਜਿਹੜੀਆਂ ਲੋਕਾਂ ਨੂੰ ਧਨ ਦਿੰਦੀਆਂ ਨੇ, ਦੇਸ਼ਾਂ ਨੂੰ ਧਨ ਦਿੰਦੀਆਂ ਨੇ, ਜਿਵੇਂ ਵਰਲਡ ਬੈਂਕ ਹੈ, IMF ਹੈ, ਕੋਈ ਹੋਰ ਵੀ ਹੋ ਸਕਦੀ, ਇਹਨਾਂ ਸਾਰੀਆਂ ਤੇ ਉਹਨਾਂ ਨੇ ਜ਼ੋਰ ਦਿੱਤਾ। ਸੋ ਨਵੇਂ ਉਦਾਰਵਾਦੀਆਂ ਨੇ ਇੱਕ ਨਾਰਾ ਦਿੱਤਾ LPG। LPG ਵੈਰੀ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਦੇਖ ਲਓ, ਇਹਨੂੰ LPG ਗੈਸ ਨਾ ਸਮਝਿਓ ਪੁੱਤਰ। LPG ਮੈਨੇ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ, ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ। ਠੀਕ ਹੈ ਜੀ। ਇਹ ਨਾਰਾ ਕਿਹਨੇ ਦਿੱਤਾ ਬੱਚੇ, ਨਵ ਉਦਾਰਵਾਦੀਆਂ ਨੇ। ਇਹ ਕਹਿੰਦੇ ਸੰਸਾਰ ਨੂੰ ਖੁੱਲਾ ਵੀ ਛੱਡੋ, ਸੁਤੰਤਰਤਾ ਵੀ ਦਿਓ, ਨਿੱਜੀ ਹੱਥਾਂ ਦੇ ਵਿੱਚ ਜ਼ਿਆਦਾ ਸ਼ਕਤੀ ਆਵੇ, ਸੰਸਾਰ ਗਲੋਬਲਾਈਜੇਸ਼ਨ ਮੈਨੇ ਸੰਸਾਰੀਕਰਨ ਹੋਵੇ, ਸੰਸਾਰ ਵੀ ਖੁੱਲਾ ਹੋਵੇ, ਸੰਸਾਰ ਇੱਕ ਦੂਜੇ ਦੇ ਨੇੜੇ ਆਵੇ। ਸੋ ਇਹ ਵੀ ਵੈਰੀ ਇੰਪੋਰਟੈਂਟ ਹੈ, ਇਹਦੇ ਤੇ ਵੀ ਕੁਐਸਚਨ ਆ ਜਾਂਦਾ ਹੈ। ਠੀਕ ਇਸੇ ਤਰੀਕੇ ਦੇ ਨਾਲ 1 ਨੰਬਰ ਦਾ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਕਿ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹਦੀ ਸਥਾਪਨਾ ਕਦੋਂ ਹੋਈ, 1995 ਦੇ ਵਿੱਚ। ਸੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਕੰਮ ਇਹੀ ਸੀ, ਸਾਰੇ ਸੰਸਾਰ ਦੇ ਵਿੱਚ ਵਪਾਰ ਵਿੱਚ ਵਾਧਾ ਕਰਨਾ, ਆਰਥਿਕ ਸੁਤੰਤਰਤਾ ਦੇਣੀ, ਦੇਸ਼ਾਂ ਦੇ ਵਿੱਚ ਜੋ ਵਪਾਰ ਦਾ ਬੈਰੀਅਰ ਹੈ ਉਹਨੂੰ ਖਤਮ ਕਰਕੇ ਸਾਰੇ ਦੇਸ਼ਾਂ ਨੂੰ ਵਿਕਾਸ ਦੇ ਰਾਹ ਵੱਲ ਤੋਰਨਾ। ਸੋ ਇਹਦੇ ਉੱਤੇ ਵੀ ਬੇਟੇ ਤੁਹਾਨੂੰ ਕੁਐਸਚਨ ਆ ਸਕਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਮੇਨ ਗੱਲਾਂ ਮੈਂ ਦੱਸ ਦਿੱਤੀਆਂ। ਹੁਣ ਤੁਹਾਨੂੰ ਕਿਸ ਟਾਈਪ ਦਾ ਕੁਐਸਚਨ ਆਏਗਾ ਤੁਸੀਂ ਉਹਨੂੰ ਸਮਝ ਕੇ ਜਦ 2 ਵਾਰੀ ਕੁਐਸਚਨ ਨੂੰ ਪੜ੍ਹੋਗੇ ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਕਿ ਅਸੀਂ ਕੀ ਕਰਨਾ ਹੈ। ਪਰ ਮੈਂ ਫੇਰ ਕਹਿ ਰਹੀ ਹਾਂ ਕਿ ਪੁਰਾਣੇ ਅਤੇ ਨਵੇਂ ਉਦਾਰਵਾਦ ਵਿੱਚ ਅੰਤਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। परिभाषा ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਇਹ ਸ਼ਬਦ ਕਿਸ ਨੇ ਕਹੇ ਨੇ। ठीक है, 2-3 परिभाषा डॉक्टर लास्की की परिभाषा, सार्टोर की परिभाषा, 2-3 परिभाषावां तुसी जरूर और जरूर पढ़नियां हन। शब्दी अर्थ तुसी जरूर और जरूर करना है। सो असी कई बार कह दिंदे आ कि उदारवाद की है, जदों मनुख नूं समाजिक, आर्थिक, राजनीतिक, धार्मिक सारे तौर पर जदों मनुख नूं पूरा सुतंत्र कर दिता जाए तो वह की आ जाता है, उदारवाद आ जाता है। सो याद रखना है, सुतंत्रता का दूजा नाम उदारवाद है। आई थिंक उदारवाद की मैनूं लगदा रिवीजन तुहाडी हो गई है। अगे असी गल करांगे मार्क्सवाद की। बेटे जदों तुहाडा पेपर आएगा तुसी पेपर देख के जे तुसी मेरी रिवीजन तो बाद पढ़ भी लओगे तो पेपर देख के तुसी खुश होवोगे कि असी ये सब कुछ पढ़िया सी, समझिया सी और सानू आ भी गया। सो इसे करके मैं बार बार काफ़ी दिनों तो मैसेज भी पा रही सी फील्ड विच कि ये लैक्चर रिवीजन का बच्चों नूं जरूर दिखाया जाए। सो मैं यूट्यूब पर भी ये लैक्चर जल्द ही असी पावांगे तां जो तुसी पेपर तो पहला रिवीजन कर सको। अगे गल करते हैं मार्क्सवाद की। मार्क्सिज्म, कार्ल मार्क्स बहुत वड्डी विचारधारा तुसी सारे पढ़ चुके हो। कार्ल मार्क्स का जन्म जर्मनी च होया, ये तुसी पढ़ चुके हो। कार्ल मार्क्स एक क्रांतिकारी विचारा दे सन, ये तुसी पढ़ चुके हो। कार्ल मार्क्स देश दे सरकार दीयां कमियां बारे दसदे सी जिन्हां करके उन्हां नूं कई देशां विचों देश निकाला दे दिता गया। जदों किसी देश में जाते उत्थे उस सरकार दीयां कमियां बारे बोलते ते जदों कमियां बारे बोलते उस सरकार उसनूं कढ के देश तो बाहर भेज दिंदी सी। बट
ਕਾਰਲ ਮਾਰਕਸ ਨੇ ਦੁਨੀਆ ਨੂੰ ਇੱਕ ਬਹੁਤ ਵੱਡੀ ਵਿਚਾਰਧਾਰਾ ਦਿੱਤੀ, ਦੈਟ ਇਜ਼ ਕਾਲਡ ਮਾਰਕਸਵਾਦ। ਸਾਮਵਾਦ, ਮਾਰਕਸਵਾਦ, ਇਹ ਕਾਰਲ ਮਾਰਕਸ ਦੀ ਸਾਨੂੰ ਬਹੁਤ ਵੱਡੀ ਦੇਣ ਹੈ। ਸੋ ਕਾਰਲ ਮਾਰਕਸ ਦੇ ਇੱਕ ਪਰਮ ਮਿੱਤਰ ਸਨ ਫਰੈਡਰਿਕ ਐਂਜਲਸ, ਨਾਮ ਯਾਦ ਰੱਖਣਾ ਹੈ, ਫਰੈਡਰਿਕ ਐਂਜਲਸ। ਕਾਰਲ ਮਾਰਕਸ ਨੇ ਆਪਣੀ ਸਾਰੀ ਵਿਚਾਰਧਾਰਾ ਕਿਹਦੇ ਨਾਲ ਮਿਲ ਕੇ ਦਿੱਤੀ? ਫਰੈਡਰਿਕ ਐਂਜਲਸ ਦੇ ਨਾਲ ਮਿਲ ਕੇ ਦਿੱਤੀ। ਇਹ ਵੀ ਤੁਹਾਨੂੰ ਕੁਐਸਚਨ ਚ ਆ ਸਕਦਾ ਹੈ। ਉਸ ਤੋਂ ਇਲਾਵਾ ਕਾਰਲ ਮਾਰਕਸ ਨੇ ਨਾ ਸਿਰਫ ਸਾਮਵਾਦ ਦਾ ਨਾਰਾ ਦਿੱਤਾ ਬਲਕਿ ਉਸ ਨੂੰ ਲਾਗੂ ਕਰਨ ਦਾ ਤਰੀਕਾ ਵੀ ਦੱਸਿਆ। ਇੱਕ ਚੀਜ਼ ਹੁੰਦੀ ਹੈ ਅਸੀਂ ਕੋਈ ਕੰਮ ਕਰਨ ਲਈ ਦੱਸਦੇ ਹਾਂ, ਦੂਸਰਾ ਹੁੰਦਾ ਅਸੀਂ ਉਹ ਕਰਕੇ ਵੀ ਦਿਖਾਉਂਦੇ ਹਾਂ। ਸੋ ਯਾਦ ਰੱਖਿਓ ਕਾਰਲ ਮਾਰਕਸ ਉਹ ਵਿਚਾਰਕ ਸੀ ਜਿਨ੍ਹਾਂ ਨੇ ਨਾ ਸਿਰਫ ਸਾਮਵਾਦ ਲਿਆਉਣ ਦਾ ਤਰੀਕਾ ਦੱਸਿਆ ਬਲਕਿ ਉਸ ਨੂੰ ਲਾਗੂ ਕਰਨ ਦਾ ਤਰੀਕਾ ਵੀ ਦੱਸਿਆ ਤੇ ਲਾਗੂ ਕਰਕੇ ਵੀ ਦਿਖਾਇਆ। ਕਾਰਲ ਮਾਰਕਸ ਦੇ ਵਿਚਾਰਧਾਰਾ ਨੂੰ ਰੂਸ ਦੇ ਵਿੱਚ ਲੈਨਿਨ ਅਤੇ ਸਟਾਲਿਨ, ਚੀਨ ਦੇ ਵਿੱਚ ਮਾਓ ਸੇ ਤੁੰਗ, ਇਹਨਾਂ ਵਿਦਵਾਨਾਂ ਨੇ ਮਾਰਕਸ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਕੰਮ ਕੀਤਾ। ਇਹਦੇ ਉੱਤੇ ਵੀ ਤੁਹਾਨੂੰ ਕੁਐਸਚਨਸ ਆ ਸਕਦੇ ਹੈ। ਉਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਕਾਰਲ ਮਾਰਕਸ ਦੀਆਂ ਪੁਸਤਕਾਂ। ਵੈਰੀ 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 ਇੰਪੋਰਟੈਂਟ। ਮੈਂ ਤਾਂ ਵੈਰੀ ਜਿੰਨੀ ਵਾਰੀ ਵੈਰੀ ਲਗਾ ਸਕਦੇ ਹੋ ਲਾ ਲਓ। ਸੋ ਕਾਰਲ ਮਾਰਕਸ ਦੀਆਂ ਪੁਸਤਕਾਂ ਦੇ ਵਿੱਚ ਦਾਸ ਕੈਪੀਟਲ, ਠੀਕ ਹੈ ਜੀ, ਸਾਮਵਾਦੀ ਐਲਾਨਨਾਮਾ, ਕਮਿਊਨਿਸਟ ਮੈਨੀਫੈਸਟੋ ਦੇ ਉੱਤੇ, ਵੈਲਿਊ ਪ੍ਰਾਈਸ ਐਂਡ ਪ੍ਰੋਫਿਟਸ, ਕ੍ਰਿਟਿਕਸ ਆਫ ਪੋਲੀਟੀਕਲ ਇਕੋਨਮੀ, ਬੜੀਆਂ 4-5 ਬੜੀਆਂ ਮਸ਼ਹੂਰ ਕਿਤਾਬਾਂ, ਖਾਸ ਤੌਰ ਤੇ ਦਾਸ ਕੈਪੀਟਲ ਤੇ ਕਮਿਊਨਿਸਟ ਮੈਨੀਫੈਸਟੋ। ਬੱਚੇ ਕਿਤਾਬਾਂ ਦੇ ਨਾਮ ਤੁਸੀਂ ਹਰ ਹਾਲਤ ਵਿੱਚ ਯਾਦ ਕਰਨੇ ਆ। ਮੈਂ ਕੱਲ ਹੀ ਆਪਣੇ ਸਟੂਡੈਂਟਸ ਨੂੰ ਕਲਾਸ ਵਿੱਚ ਵੀ ਪੁੱਛੇ ਸੀਗੇ। ਸੋ ਇਹ ਤੁਸੀਂ ਯਾਦ ਕਰਿਓ, ਤੁਹਾਨੂੰ ਮਾਰਚ ਪ੍ਰੀਖਿਆ ਤੱਕ ਇਹਨਾਂ ਵਿੱਚੋਂ ਕੋਈ ਕੁਐਸਚਨ ਆ ਸਕਦਾ ਹੈ। ਅੱਗੇ ਅਸੀਂ ਕਾਰਲ ਮਾਰਕਸ ਦੇ ਵਿਚਾਰਾਂ ਦੀ ਗੱਲ ਕਰਾਂਗੇ ਕਿ ਕਾਰਲ ਮਾਰਕਸ ਪੂੰਜੀਵਾਦ ਅਤੇ ਨਿੱਜੀਕਰਨ ਦੇ ਖਿਲਾਫ ਸੀ। ਇੱਕ ਗੱਲ ਯਾਦ ਰੱਖਣੀ ਹੈ, ਬਿਲਕੁਲ ਸ਼ਾਰਟਕਟ 'ਚ ਦੱਸ ਰਹੀ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਦਾਰਵਾਦ ਕਿਹੜੀ ਵਿਚਾਰਧਾਰਾ ਹੈ ਜਿਹੜੀ ਸੁਤੰਤਰਤਾ ਦੇ ਆਲੇ ਦੁਆਲੇ ਘੁੰਮਦੀ ਹੈ। ਸਾਰੀ ਉਦਾਰਵਾਦ ਦਾ ਨਿਚੋੜ ਕੀ ਹੈ? ਫਰੀडम, ਸੁਤੰਤਰਤਾ। ਇਸੇ ਤਰੀਕੇ ਦੇ ਨਾਲ ਕਾਰਲ ਮਾਰਕਸ ਦੀ ਵਿਚਾਰਧਾਰਾ, ਜਦੋਂ ਤੁਸੀਂ ਕਾਰਲ ਮਾਰਕਸ ਦਾ ਨਾਮ ਸੁਣ ਲੈਣਾ, ਸਾਮਵਾਦ ਦਾ ਨਾਮ ਸੁਣ ਲੈਣਾ, ਯਾਦ ਰੱਖਣਾ ਮਾਰਕਸ ਦੀ ਸਾਰੀ ਫਿਲਾਸਫੀ ਕਿਹਦੇ ਦੁਆਲੇ ਘੁੰਮਦੀ ਹੈ? ਧਨ ਦੇ ਦੁਆਲੇ ਘੁੰਮਦੀ ਹੈ। ਕਿਹਦੇ ਦੁਆਲੇ ਘੁੰਮਦੀ ਹੈ ਬੇਟੇ? ਧਨ ਦੇ ਦੁਆਲੇ ਘੁੰਮਦੀ ਹੈ, ਅਮੀਰ ਗਰੀਬ ਦੇ ਦੁਆਲੇ ਘੁੰਮਦੀ ਹੈ। ਅਗਲੀ ਗੱਲ, ਕਾਰਲ ਮਾਰਕਸ ਕਿਹਦੇ ਹੱਕ ਵਿੱਚ ਸਨ? ਕਾਰਲ ਮਾਰਕਸ ਮਜ਼ਦੂਰਾਂ ਦੇ, ਕੀਰਤੀਆਂ ਦੇ, ਕਾਮਿਆਂ ਦੇ, ਕੰਮ ਕਰਨ ਵਾਲਿਆਂ ਦੇ ਹੱਕ ਵਿੱਚ ਸਨ। ਕਾਰਲ ਮਾਰਕਸ ਅਮੀਰਾਂ ਦੇ, ਪੂੰਜੀਪਤੀਆਂ ਦੇ, ਜ਼ਗੀਰਦਾਰਾਂ ਦੇ, ਉਦਯੋਗਪਤੀਆਂ ਦੇ ਹੱਕ ਵਿੱਚ ਨਹੀਂ ਸਨ। ਇਹ ਤੁਹਾਨੂੰ ਇਹ ਨਿਚੋੜ ਹੈ ਇਹਨਾਂ ਦੀ ਫਿਲਾਸਫੀ ਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਕਾਰਲ ਮਾਰਕਸ ਪੂੰਜੀਵਾਦ ਮੈਨੇ ਜਦੋਂ ਆਪਾਂ ਧਨ ਦੇ ਇਕੱਠਾ ਹੋ ਜਾਵੇ ਬਹੁਤ ਜ਼ਿਆਦਾ, ਅਮੀਰਾਂ ਦੇ ਹੱਕ ਵਿੱਚ ਨਹੀਂ ਸਨ। ਨਿੱਜੀਕਰਨ ਮੈਨੇ ਇੱਕ ਚੀਜ਼ ਹੁੰਦੀ ਹੈ ਮੇਰੀ, ਇੱਕ ਹੁੰਦੀ ਹੈ ਸਾਂਝੀ, ਉਹ ਸਾਂਝੀਆਂ ਚੀਜ਼ਾਂ ਦੇ ਹੱਕ ਵਿੱਚ ਸਨ, ਉਹ ਨਿੱਜੀ ਚੀਜ਼ਾਂ ਦੇ ਹੱਕ ਵਿੱਚ ਨਹੀਂ ਸਨ। ਕਾਰਲ ਮਾਰਕਸ ਵਾਧੂ ਸੁਤੰਤਰਤਾ, ਜਿਵੇਂ ਉਦਾਰਵਾਦ ਮਨੁੱਖ ਨੂੰ ਬਹੁਤ ਸੁਤੰਤਰਤਾ ਦੇਣਾ ਚਾਹੁੰਦੀ ਹੈ, ਕਾਰਲ ਮਾਰਕਸ ਮਨੁੱਖ ਨੂੰ ਵਾਧੂ ਸੁਤੰਤਰਤਾ ਨਹੀਂ ਦੇਣਾ ਚਾਹੁੰਦੇ। ਉਹ ਕਹਿੰਦੇ ਸਨ ਹਰ ਮਨੁੱਖ ਕੰਮ ਕਰੇ, ਬਦਲੇ ਵਿੱਚ ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣ, ਮਨੁੱਖ ਨੂੰ ਵਾਧੂ ਸੁਤੰਤਰਤਾ ਨਹੀਂ ਦਿੱਤੀ ਜਾਣੀ ਚਾਹੀਦੀ। ਅਗਲੀ ਗੱਲ, ਸਮਾਜ ਦੀਆਂ ਦੋ ਸ਼੍ਰੇਣੀਆਂ। ਕਾਰਲ ਮਾਰਕਸ ਸਮਾਜ ਵਿੱਚ ਦੋ ਸ਼੍ਰੇਣੀਆਂ ਮੰਨਦੇ ਹਨ, ਅਮੀਰ ਗਰੀਬ, ਪੂੰਜੀਪਤੀ ਮਜ਼ਦੂਰ, ਜ਼ਗੀਰਦਾਰ ਕਾਮੇ। ਹਮੇਸ਼ਾ ਹੀ ਉਹਨਾਂ ਨੇ ਦੋ ਸ਼੍ਰੇਣੀਆਂ ਮੰਨੀਆਂ ਅਤੇ ਉਹ ਕਹਿੰਦੇ ਦੋਨਾਂ ਸ਼੍ਰੇਣੀਆਂ 'ਚ ਵਿਰੋਧ ਚੱਲਦਾ ਹੈ ਅਤੇ ਤਣਾਅ ਦੀ ਹਾਲਤ ਬਣੀ ਰਹਿੰਦੀ ਹੈ। ਔਰ ਵਿਰੋਧ ਜਾਂ ਤਣਾਅ ਕਿਉਂ ਹੈ? ਪੈਸੇ ਕਾਰਨ। ਕਿਹਦੇ ਕਾਰਨ ਹੈ ਬੇਟੇ? ਧਨ ਕਾਰਨ ਹੈ। ਆਰਥਿਕ ਕਾਰਨ ਮੈਨੇ ਧਨ ਦੇ ਕਾਰਨ ਹੈ। ਯਾਦ ਰੱਖਣਾ ਹੈ ਕਾਰਲ ਮਾਰਕਸ ਸਭ ਤੋਂ ਇੰਪੋਰਟੈਂਟ ਕਿਹਨੂੰ ਮੰਨਦੇ ਹਨ? ਆਰਥਿਕ ਕਾਰਨ ਨੂੰ, ਧਨ ਨੂੰ। ਅਰਥ ਮੈਨੇ ਧਨ, ਠੀਕ ਹੈ ਬੇਟੇ। ਅਗਲੀ ਗੱਲ, ਕਾਰਲ ਮਾਰਕਸ ਜੋ ਮੁਨਾਫਾ ਹੈ, ਮੰਨ ਲਓ ਆਪਾਂ ਇੱਕ ਚੀਜ਼ ਨੂੰ ਵੇਚਦੇ ਹਾਂ, ਮੰਨ ਲਓ ਆਪਾਂ ਨੇ ਇੱਕ ਟੇਬਲ ਬਣਾਇਆ 100 ਰੁਪਏ ਦਾ, ਮੈਂ 150 ਰੁਪਏ ਦਾ ਵੇਚਤਾ, 50 ਰੁਪਏ ਮੈਨੂੰ ਮੁਨਾਫਾ ਹੋ ਗਿਆ। ਕਾਰਲ ਮਾਰਕਸ ਇਹ ਮੁਨਾਫਾ ਕਿਹਨੂੰ ਦੇਣਾ ਚਾਹੁੰਦੇ ਆ? ਉਹ ਮਾਲਕ ਨੂੰ ਨਹੀਂ ਦੇਣਾ ਚਾਹੁੰਦੇ, ਉਹ ਦੇਣਾ ਚਾਹੁੰਦੇ ਹਨ ਮਜ਼ਦੂਰ ਨੂੰ। ਯਾਦ ਰੱਖਿਓ, ਕਿਉਂਕਿ ਮਜ਼ਦੂਰਾਂ ਦੇ ਹੱਕ ਵਿੱਚ ਹਨ। ਕਾਰਲ ਮਾਰਕਸ ਦੇ ਇਸ ਵਿਚਾਰ ਨੂੰ ਆਪਾਂ ਕਹਿੰਦੇ ਹਾਂ ਵਾਧੂ ਮੁੱਲ ਦਾ ਸਿਧਾਂਤ, ਐਂਡ ਇਟ ਇਜ਼ ਵੈਰੀ 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 ਇੰਪੋਰਟੈਂਟ। ਅੱਗੇ ਚਲੋ, ਇਤਿਹਾਸ ਦੇ ਬਦਲਾਅ ਦਾ ਕਾਰਨ। ਕਾਰਲ ਮਾਰਕਸ ਕਹਿੰਦੇ ਹਨ ਕਿ ਇਤਿਹਾਸ ਵਿੱਚ ਜੋ ਕੁਝ ਹੋਇਆ ਹੈ, ਹੋ ਰਿਹਾ ਹੈ, ਹੋਏਗਾ। ਇਤਿਹਾਸ ਜਿੰਨਾ ਵੀ ਬਦਲਿਆ ਹੈ ਉਹ ਕਿਉਂ ਬਦਲਿਆ ਹੈ? ਧਨ ਦੇ ਕਾਰਨ, ਪੈਸੇ ਦੇ ਕਾਰਨ। ਅਮੀਰ ਜ਼ਗੀਰਦਾਰ ਪੂੰਜੀਪਤੀਆਂ ਦਾ ਖਾਤਮਾ ਕਰਨਾ ਚਾਹੁੰਦੇ ਹਨ, ਮਜ਼ਦੂਰਾਂ ਦੀ ਏਕਤਾ, ਮਜ਼ਦੂਰਾਂ ਕਾਮਿਆਂ ਕੀਰਤੀਆਂ ਦੇ ਹੱਕ ਵਿੱਚ ਹਨ। ਇਸੇ ਤਰ੍ਹਾਂ ਸਾਮਵਾਦ, ਮਾਰਕਸਵਾਦ, ਉਹ ਕਹਿੰਦੇ ਕਿ ਜਦੋਂ ਮੇਰਾ ਇੱਕ ਸਮਾਜ ਆਏਗਾ ਜਿਹਨੂੰ ਉਹ ਕਹਿੰਦੇ ਆ ਸ਼੍ਰੇਣੀ ਰਹਿਤ ਅਤੇ ਰਾਜ ਰਹਿਤ ਸਮਾਜ। ਸ਼੍ਰੇਣੀ ਰਹਿਤ ਮੈਨੇ ਉਹਦੇ 'ਚ ਅਮੀਰ ਗਰੀਬ, ਉੱਚਾ ਨੀਵਾਂ, ਇੱਦਾਂ ਦੀ ਸ਼੍ਰੇਣੀਆਂ ਵੀ ਨਹੀਂ ਹੋਣਗੀਆਂ। ਤੇ ਰਾਜ ਨੂੰ ਕਾਰਲ ਮਾਰਕਸ ਪਸੰਦ ਨਹੀਂ ਕਰਦੇ। ਉਹ ਕਹਿੰਦੇ ਕਿ ਰਾਜ ਕੀ ਹੈ?
ਇਹ ਅਮੀਰਾਂ ਦੇ ਹਿੱਤਾਂ ਦੀ ਇੱਕ ਸੰਸਥਾ ਹੈ। ਉਹ ਕਹਿੰਦੇ ਜਦੋਂ ਸ਼੍ਰੇਣੀਆਂ ਹੀ ਖਤਮ ਹੋ ਜਾਣਗੀਆਂ, ਅਮੀਰ ਗਰੀਬ ਖਤਮ ਹੋ ਜਾਣਗੇ ਤਾਂ ਰਾਜ ਵੀ ਖਤਮ ਹੋ ਜਾਵੇਗਾ। ਇਸ ਤਰ੍ਹਾਂ ਦੇ ਸਮਾਜ ਨੂੰ ਉਹ ਨਾਮ ਦਿੰਦੇ ਆ ਸਾਮਵਾਦੀ ਸਮਾਜ। ਕਿਹਦਾ ਨਾਮ ਦਿੰਦੇ ਆ? ਸਾਮਵਾਦੀ ਸਮਾਜ। ਤੁਹਾਨੂੰ 4 ਨੰਬਰ 'ਚ ਕੁਐਸਚਨ ਆ ਸਕਦਾ ਹੈ ਬਾਅਦ ਦੇ ਵਿੱਚ ਕਿ ਸਾਮਵਾਦੀ ਸਮਾਜ ਕਿੱਦਾਂ ਦਾ ਹੁੰਦਾ ਹੈ। ਸੋ ਕਾਰਲ ਮਾਰਕਸ ਰਾਜ ਦਾ ਅੰਤ ਕਰ ਦੇਣਾ ਚਾਹੁੰਦੇ ਹਨ, ਸ਼੍ਰੇਣੀਆਂ ਖਤਮ ਕਰ ਦੇਣਾ ਚਾਹੁੰਦੇ ਹਨ, ਤੇ ਉਹ ਕਹਿੰਦੇ ਕਿ ਸਾਰਾ ਕੁਝ ਖਤਮ ਕਰਕੇ, ਤੇਰਾ ਮੇਰਾ ਸਭ ਕੁਝ ਖਤਮ ਕਰਕੇ ਇੱਕੋ ਪਾਰਟੀ ਦੇ ਹੱਥ ਵਿੱਚ ਸ਼ਕਤੀ ਆ ਜਾਵੇ। ਐਂਡ ਦੈਟ ਪਾਰਟੀ, ਉਹ ਕਿਸ ਪਾਰਟੀ ਦੀ ਗੱਲ ਕਰਦੇ ਨੇ? ਕਮਿਊਨਿਸਟ ਪਾਰਟੀ ਦੀ, ਸਾਮਵਾਦੀ ਪਾਰਟੀ ਦੀ ਗੱਲ ਕਰਦੇ ਨੇ। ਸੋ ਉਹਨਾਂ ਨੂੰ ਆਪਾਂ ਸਾਮਵਾਦੀ ਪਾਰਟੀ ਵੀ ਕਹਿੰਦੇ ਆ, ਕਮਿਊਨਿਸਟ ਪਾਰਟੀ ਵੀ ਕਹਿੰਦੇ ਆ। ਸੋ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਾਰਲ ਮਾਰਕਸ ਇੱਕੋ ਇੱਕ ਪਾਰਟੀ ਦੇ ਹੱਕ ਵਿੱਚ ਸਨ, ਤੇ ਉਹ ਕਿਹੜੀ ਸੀਗੀ? ਕਮਿਊਨਿਸਟ ਪਾਰਟੀ, ਸਾਮਵਾਦੀ ਪਾਰਟੀ। ਠੀਕ ਹੈ ਜੀ। ਇਹ ਹੁਣ ਮੈਂ ਤੁਹਾਨੂੰ ਮਾਰਕਸ ਦੀਆਂ ਬੇਟੇ ਮੇਨ ਗੱਲਾਂ ਦੱਸ ਦਿੱਤੀਆਂ। ਸੋ ਇਹਨਾਂ ਦੇ ਉੱਤੇ ਤੁਹਾਨੂੰ ਘੁਮਾ ਕੇ ਫਿਰਾ ਕੇ, ਕਿਉਂਕਿ ਪੈਸ ਦਾ ਪੇਪਰ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸਮਝਣਾ। ਪੈਸ ਦੇ ਪੇਪਰ ਤੋਂ ਡਰਨ ਦੀ ਲੋੜ ਨਹੀਂ ਹੈ। ਮੇਰੀ ਅਧਿਆਪਕਾਂ ਨਾਲ ਵੀ ਗੱਲ ਹੋਈ ਸੀ, ਜਦੋਂ ਕਿਸੇ ਚੀਜ਼ ਨੂੰ ਅਸੀਂ ਇੰਜ ਦੀ ਬਜਾਏ ਇੰਜ ਗੋਲ ਘੁੰਮ ਕੇ ਆਵਾਂਗੇ ਉੱਥੇ ਗੱਲ ਉਹੀ ਹੋਏਗੀ, ਤਾਂ ਇਹਦਾ ਮਤਲਬ ਕੀ ਹੈ ਕਿ ਤੁਹਾਡੀ ਨੌਲੇਜ ਚੈੱਕ ਹੋ ਰਹੀ ਹੈ। ਦੈਟ ਇਜ਼ ਕਾਲਡ ਪੈਸ। ਕੁਛ ਨਹੀਂ ਹੈ ਬੇਟੇ, ਤੁਸੀਂ ਆਪਣੇ ਕਨਸੈਪਟ ਕਲੀਅਰ ਰੱਖਣੇ ਨੇ, ਬਹੁਤ ਧਿਆਨ ਦੇ ਨਾਲ ਪੜ੍ਹਨਾ ਹੈ, ਤਾਂ ਤੁਹਾਡੇ ਲਈ ਇੱਕ ਵੀ ਕੁਐਸਚਨ ਗਲਤ ਨਹੀਂ ਹੋਏਗਾ। 40 ਚੋਂ 40 ਨੰਬਰ ਤੁਹਾਡੇ ਪੂਰੇ ਆਣਗੇ। ਇਹਦੀ ਸ਼ੋਰਟੀ ਮੈਂ ਲੈਂਦੀ ਹਾਂ ਤੁਹਾਡੀ। ਅੱਗੇ ਅਸੀਂ ਗੱਲ ਕਰਾਂਗੇ ਗਾਂਧੀਵਾਦ ਦੀ। ਥੋੜੀ ਜਿਹੀ ਮੈਂ ਸਪੀਡ ਚੱਕੀ ਹੋਈ ਹੈ, ਮੈਨੂੰ ਪਤਾ ਹੈ ਕਿਉਂ, ਕਿਉਂਕਿ ਮੈਂ 7 ਲੈਸਨਸ ਦੀ ਰਿਵੀਜ਼ਨ ਕਰਾਣੀ ਹੈ। ਸੋ ਬੇਟੇ ਅਗਲਾ ਤੁਹਾਡੀ ਥਿਊਰੀ ਹੈਗੀ ਹੈ ਗਾਂਧੀਵਾਦ, ਜਿਹਨੂੰ ਆਪਾਂ ਕਹਿ ਸਕਦੇ ਹਾਂ ਗਾਂਧੀਜ਼ਮ। ਮਹਾਤਮਾ ਗਾਂਧੀ ਨੂੰ ਦੇ ਨਾਮ ਤੋਂ ਸਾਰੇ ਜਾਣੂ ਨੇ। ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ, ਪੋਰਬੰਦਰ ਵਿਖੇ ਹੋਇਆ, 2 ਅਕਤੂਬਰ ਨੂੰ ਹੋਇਆ। ਜਨਮ ਦੀ ਡੇਟ ਆ ਸਕਦੀ ਹੈ, ਜਨਮ ਦਾ ਸਥਾਨ ਪੁੱਛਿਆ ਜਾ ਸਕਦਾ ਹੈ। ਮਹਾਤਮਾ ਗਾਂਧੀ ਸਾਡੇ ਰਾਸ਼ਟਰਪਿਤਾ ਸੀ। ਇਹ ਸਾਰਿਆਂ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਸਾਡੇ ਰਾਸ਼ਟਰਪਿਤਾ ਹਨ ਔਰ ਫਾਦਰ ਆਫ ਨੇਸ਼ਨ ਹਨ। ਇਹਦੇ ਉੱਤੇ ਤੁਹਾਨੂੰ ਕੁਐਸਚਨ ਆ ਸਕਦਾ ਹੈ। ਉਸ ਤੋਂ ਅਗਲੀ ਗੱਲ ਕਿ ਮਹਾਤਮਾ ਗਾਂਧੀ ਦੇ ਸਾਰੇ ਵਿਚਾਰ 2 ਗੱਲਾਂ ਤੇ ਆਧਾਰਿਤ ਨੇ, ਇੱਕ ਸੱਚ, ਇੱਕ ਅਹਿੰਸਾ। ਹੁਣ ਮੈਂ ਇੱਕ ਗੱਲ ਫੇਰ ਪਿੱਛੋਂ ਰਿਵਾਈਜ਼ ਕਰਾ ਰਹੀ ਹਾਂ। ਉਦਾਰਵਾਦ ਸਾਰਾ ਕਿਹਦੇ ਦੁਆਲੇ ਘੁੰਮਦਾ ਹੈ? ਸੁਤੰਤਰਤਾ ਦੇ। ਕਾਰਲ ਮਾਰਕਸ ਸਾਰਾ ਕਿਹਦੇ ਦੁਆਲੇ ਘੁੰਮਦਾ ਹੈ? ਧਨ ਦੇ, ਆਰਥਿਕ ਕਾਰਨਾਂ ਦੇ। ਇਸੇ ਤਰੀਕੇ ਦੇ ਨਾਲ ਮਹਾਤਮਾ ਗਾਂਧੀ ਦੀ ਸਾਰੀ ਵਿਚਾਰਧਾਰਾ ਕਿਹਦੇ ਦੁਆਲੇ ਘੁੰਮਦੀ ਹੈ? ਸੱਚ ਅਤੇ ਅਹਿੰਸਾ ਦੇ। ਕਿਹਦੇ? ਸੱਚ ਅਤੇ ਅਹਿੰਸਾ। ਸੱਚ ਮੈਨੇ ਸੱਚਾਈ, ਅਹਿੰਸਾ ਦਾ ਸ਼ਬਦੀ ਅਰਥ ਵੀ ਆ ਸਕਦਾ ਹੈ। ਅਹਿੰਸਾ ਮੈਨੇ ਕਿਸੇ ਨੂੰ ਨਾ ਮਾਰਨਾ, ਕਿਸੇ ਨੂੰ ਬੁਰੇ ਸ਼ਬਦ ਨਹੀਂ ਬੋਲਣੇ, ਕਿਸੇ ਬਾਰੇ ਬੁਰਾ ਸੋਚਣਾ ਨਹੀਂ, ਕਿਸੇ ਲਈ ਬੁਰਾ ਕਰਨਾ ਨਹੀਂ। ਹਿੰਸਾ ਤਾਂ ਬਿਲਕੁਲ ਵੀ ਨਹੀਂ, ਹਿੰਸਾ ਤਾਂ ਬਿਲਕੁਲ ਵੀ ਨਹੀਂ। ਗਾਂਧੀ ਜੀ ਦੇ ਵਿਚਾਰਾਂ ਦੇ ਵਿੱਚ ਹਿੰਸਾ ਦਾ ਕਿਤੇ ਵੀ ਕੋਈ ਸਥਾਨ ਨਹੀਂ ਹੈ। ਗਾਂਧੀ ਜੀ ਅਹਿੰਸਾ ਦਾ ਪਾਲਣ ਕਰਨ ਲਈ ਕਹਿੰਦੇ ਹਨ। ਅਗਲੀ ਗੱਲ, ਮਹਾਤਮਾ ਗਾਂਧੀ ਦੇ ਇੰਨੇ ਸੋਹਣੇ ਵਿਚਾਰ ਕਿਉਂ ਸੀ? ਕਿਉਂਕਿ ਮਹਾਤਮਾ ਗਾਂਧੀ ਦੇ ਉੱਤੇ ਬਹੁਤ ਵਿਅਕਤੀਆਂ ਦਾ ਪ੍ਰਭਾਵ ਸੀ। ਸਭ ਤੋਂ ਪਹਿਲਾਂ ਤਾਂ ਗਾਂਧੀ ਜੀ ਦੀ ਮਾਤਾ ਪੁਤਲੀ ਬਾਈ ਜੀ ਦਾ ਪ੍ਰਭਾਵ ਬਹੁਤ ਸੀ, ਕਿਉਂਕਿ ਉਹ ਧਾਰਮਿਕ ਲੇਡੀ ਸੀ। ਉਹਨਾਂ ਨੇ ਗਾਂਧੀ ਜੀ ਨੂੰ ਬਹੁਤ ਚੰਗੀਆਂ ਗੱਲਾਂ ਵਿਰਸੇ ਵਿੱਚ ਦਿੱਤੀਆਂ। ਇਸੇ ਤਰੀਕੇ ਦੇ ਨਾਲ ਮਹਾਤਮਾ ਗਾਂਧੀ ਨੇ ਕਈ ਮਹਾਨ ਬੰਦਿਆਂ ਦੀਆਂ ਪੁਸਤਕਾਂ ਪੜ੍ਹੀਆਂ ਅਤੇ ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਗਾਂਧੀ ਜੀ ਦੇ ਵਿਚਾਰ ਇੰਨੇ ਵਧੀਆ ਹੋਏ। ਇਸੇ ਤਰੀਕੇ ਦੇ ਨਾਲ ਮਹਾਤਮਾ ਗਾਂਧੀ ਜੀ ਨੇ ਧਾਰਮਿਕ ਗ੍ਰੰਥ ਪੜ੍ਹੇ ਨੇ, ਭਗਵਤ ਗੀਤਾ, ਈਸਾਈਆਂ ਦਾ ਗ੍ਰੰਥ, ਕੁਰਾਨ ਸ਼ਰੀਫ, ਸਾਰੇ ਗ੍ਰੰਥ ਪੜ੍ਹੇ ਨੇ। ਸੋ ਇਹ ਅਸੀਂ ਜੇ ਇੱਕ ਕੁਐਸਚਨ ਤੁਹਾਨੂੰ ਇਹ ਵੀ ਆ ਜਾਂਦਾ ਕਿ ਮਹਾਤਮਾ ਗਾਂਧੀ ਦੇ ਵਿਚਾਰਾਂ ਉੱਤੇ ਕਿਹਦਾ ਪ੍ਰਭਾਵ ਪਿਆ, ਤਾਂ ਯਾਦ ਰੱਖਣਾ ਹੈ ਮਹਾਤਮਾ ਗਾਂਧੀ ਦੇ ਵਿਚਾਰਾਂ ਤੇ ਕਿਸੇ ਇੱਕ ਦਾ ਨਹੀਂ ਬਲਕਿ ਕਈ ਚੀਜ਼ਾਂ ਦਾ ਪ੍ਰਭਾਵ ਪਿਆ, ਤਾਂ ਹੀ ਉਹਨਾਂ ਦੇ ਵਿਚਾਰ ਇੰਨੇ ਵਧੀਆ ਹੋਏ ਹਨ। ਅੱਗੇ ਅਸੀਂ ਗੱਲ ਕਰਾਂਗੇ ਗਾਂਧੀ ਦੇ ਆਦਰਸ਼ ਸਮਾਜ ਦੀ। ਅੱਛਾ ਬੇਟੇ, ਆਦਰਸ਼ ਸਮਾਜ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਮਹਾਤਮਾ ਗਾਂਧੀ ਵੀ ਰਾਜ ਨੂੰ ਇੱਕ ਬੁਰੀ ਸੰਸਥਾ ਮੰਨਦੇ ਸਨ। ਕਾਰਲ ਮਾਰਕਸ ਵੀ ਬੁਰੀ ਸੰਸਥਾ ਮੰਨਦੇ ਸਨ, ਪੁਰਾਤਨ ਉਦਾਰਵਾਦੀ ਵੀ ਬੁਰੀ ਸੰਸਥਾ ਮੰਨਦੇ ਸਨ। ਮਹਾਤਮਾ ਗਾਂਧੀ ਵੀ ਰਾਜ ਨੂੰ ਬੁਰੀ ਸੰਸਥਾ ਮੰਨਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਜੋ ਰਾਜ ਹੈ ਇਹ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਅਮੀਰਾਂ ਲਈ ਕੰਮ ਕਰਦਾ ਹੈ। ਰਾਜ ਦੀ ਸ਼ਕਤੀ ਦੇ ਉੱਤੇ ਅਮੀਰਾਂ ਦਾ ਹੀ ਕੰਟਰੋਲ ਹੁੰਦਾ ਹੈ, ਗਰੀਬ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸ ਲਈ ਗਾਂਧੀ ਜੀ ਰਾਜ ਨੂੰ ਖਤਮ ਕਰਕੇ ਰਾਜ ਦੀ ਜਗ੍ਹਾ ਉੱਤੇ ਆਦਰਸ਼ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਆਦਰਸ਼ ਰਾਜ ਮੈਨੇ ਰਾਮ ਰਾਜ, ਮੈਂ ਕੱਲ ਹੀ ਗੱਲ ਕਰ ਰਹੀ ਸੀ ਕਲਾਸ 'ਚ। ਆਦਰਸ਼ ਰਾਜ ਮੀਨਸ ਰਾਮ ਰਾਜ। ਰਾਮ ਰਾਜ ਮੈਨੇ ਜਦੋਂ ਰਾਮ ਭਗਵਾਨ ਦਾ ਰਾਜ ਸੀਗਾ
ਉਦੋਂ ਲੋਕ ਬੜੇ ਸੁਖੀ ਸੀ, ਸਭ ਨੂੰ ਨਿਆਂ ਮਿਲਦਾ ਸੀ। ਮਹਾਤਮਾ ਗਾਂਧੀ ਉਸੇ ਤਰੀਕੇ ਦਾ ਸਮਾਜ ਜਾਂ ਰਾਜ ਬਣਾਉਣਾ ਚਾਹੁੰਦੇ ਸਨ। ਸੋ ਤੁਹਾਨੂੰ ਕੁਐਸਚਨ ਆ ਸਕਦਾ ਹੈ, ਗਾਂਧੀ ਜੀ ਰਾਜ ਦੀ ਜਗ੍ਹਾ ਤੇ ਕਿਸ ਦੀ ਸਥਾਪਨਾ ਕਰਨਾ ਚਾਹੁੰਦੇ ਸਨ? ਆਦਰਸ਼ ਸਮਾਜ ਦੀ ਜਾਂ ਆਦਰਸ਼ ਰਾਜ ਦੀ। ਹੁਣ ਗਾਂਧੀ ਜੀ ਦਾ ਆਦਰਸ਼ ਰਾਜ ਕਿੱਦਾਂ ਦਾ ਹੋਵੇ? ਗਾਂਧੀ ਜੀ ਕਹਿੰਦੇ ਮੇਰੇ ਆਦਰਸ਼ ਰਾਜ ਵਿੱਚ ਸਮਾਨਤਾ ਹੋਵੇ, ਸਾਰੇ ਲੋਕ ਬਰਾਬਰ ਹੋਣ, ਅਮੀਰ ਗਰੀਬ ਵਿੱਚ ਅੰਤਰ ਨਾ ਹੋਵੇ। ਮੇਰਾ ਰਾਜ ਧਰਮ ਨਿਰਪੱਖ ਹੋਵੇ, ਹਰ ਵਿਅਕਤੀ ਕਿਸੇ ਵੀ ਧਰਮ ਦੀ ਪਾਲਣਾ ਕਰ ਸਕਦਾ ਹੋਵੇ। ਮੇਰਾ ਸਮਾਜ ਲੋਕਤੰਤਰੀ ਹੋਵੇ, ਲੋਕਤੰਤਰ ਲੋਕਾਂ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੋਵੇ। ਪਰ ਇੱਕ ਗੱਲ ਯਾਦ ਰੱਖਿਓ, ਮਹਾਤਮਾ ਗਾਂਧੀ ਜੀ ਵੋਟ ਦਾ ਹੱਕ ਪਤਾ ਕਿਹਨੂੰ ਦੇਣਾ ਚਾਹੁੰਦੇ ਹਨ? ਜਿਹੜਾ ਬੰਦਾ ਕਹਿੰਦੇ ਹੱਥ ਨਾਲ ਕੰਮ ਕਰਦਾ ਹੈ। ਗਾਂਧੀ ਜੀ ਹੱਥ ਨਾਲ ਕੰਮ ਕਰਨ ਨੂੰ ਬਹੁਤ ਮਹਾਨਤਾ ਦਿੰਦੇ ਸਨ। ਉਹ ਕਹਿੰਦੇ ਸੀ ਹੱਥ ਨਾਲ ਜਿਹੜਾ ਵਿਅਕਤੀ ਕੰਮ ਕਰਦਾ ਹੈ ਮੈਂ ਉਹਨੂੰ ਸਭ ਤੋਂ ਉੱਪਰ ਗਿਣਦਾ ਹੈ। ਇਸ ਲਈ ਮਹਾਤਮਾ ਗਾਂਧੀ ਜੀ ਕਹਿੰਦੇ ਆ ਵੀ ਕਿਹਨੂੰ ਆਪਾਂ ਨੇ ਵੋਟ ਦਾ ਹੱਕ ਵੀ ਕਿਹਨੂੰ ਦੇਣਾ ਹੈ? ਕਹਿੰਦੇ ਜਿਹੜਾ ਬੰਦਾ ਆਪਣੇ ਹੱਥ ਨਾਲ ਕੰਮ ਕਰਦਾ, ਹੱਥੀਂ ਕਿਰਤ ਕਰਦਾ, ਉਸ ਨੂੰ ਵੋਟ ਦਾ ਹੱਕ ਦੇਣਾ ਹੈ। ਇਸ ਤੋਂ ਇਲਾਵਾ ਗਾਂਧੀ ਜੀ ਧਨ ਦੀ ਵੰਡ ਕਰਨਾ ਚਾਹੁੰਦੇ ਸਨ। ਗਾਂਧੀ ਜੀ ਸ਼ਕਤੀਆਂ ਦੀ ਵੰਡ ਕਰਨਾ ਚਾਹੁੰਦੇ ਸਨ। ਰਾਜਨੀਤਿਕ ਵਿਕੇਂਦਰੀਕਰਨ ਮੈਨੇ ਵੰਡ ਕਰਨਾ। ਗਾਂਧੀ ਜੀ ਰਾਜਨੀਤਿਕ ਸ਼ਕਤੀਆਂ ਵੀ ਵੰਡਣਾ ਚਾਹੁੰਦੇ ਸਨ ਅਤੇ ਧਨ ਦੀਆਂ ਸ਼ਕਤੀਆਂ ਵੀ ਵੰਡਣਾ ਚਾਹੁੰਦੇ ਸਨ। ਇਸੇ ਤਰੀਕੇ ਦੇ ਨਾਲ ਮਹਾਤਮਾ ਗਾਂਧੀ ਚਾਹੁੰਦੇ ਹਨ ਕਿ ਅਮੀਰ ਲੋਕ ਆਪਣਾ ਧਨ ਕਿਹਨੂੰ ਦੇ ਦੇਣ? ਗਰੀਬਾਂ ਨੂੰ ਦੇ ਦੇਣ। ਉਹ ਕਹਿੰਦੇ ਅਮੀਰ ਇਹ ਸੋਚਣ ਕਿ ਧਨ ਸਾਡੇ ਕੋਲ ਗਰੀਬਾਂ ਦੀ ਅਮਾਨਤ ਹੈ, ਜਦੋਂ ਗਰੀਬਾਂ ਨੂੰ ਲੋੜ ਹੋਵੇਗੀ ਅਸੀਂ ਆਪਣਾ ਧਨ ਗਰੀਬਾਂ ਨੂੰ ਦੇਣ ਲਈ ਤਿਆਰ ਹਾਂ। ਗਾਂਧੀ ਜੀ ਦੇ ਇਸ ਵਿਚਾਰ ਨੂੰ ਅਮਾਨਤਦਾਰੀ ਪ੍ਰਣਾਲੀ ਕਿਹਾ ਜਾਂਦਾ ਹੈ। ਉਹ ਕਹਿੰਦੇ ਅਮੀਰ ਲੋਕ ਸੋਚਣ ਵੀ ਸਾਡੇ ਕੋਲ ਪਿਆ ਹੈ ਧਨ, ਜਦੋਂ ਸਮਾਜ ਨੂੰ ਲੋੜ ਹੈ, ਗਰੀਬਾਂ ਨੂੰ ਲੋੜ ਹੈ, ਮਹਾਤਮਾ ਗਾਂਧੀ ਕਹਿੰਦੇ ਅਮੀਰ ਲੋਕ ਆਪਣਾ ਧਨ ਉਹਨਾਂ ਨੂੰ ਦੇਣ ਲਈ ਤਿਆਰ ਹੋ ਜਾਣ। ਇਸ ਤਰ੍ਹਾਂ ਦੇ ਸਮਾਜ ਦੀ ਉਹ ਕਲਪਨਾ ਕਰਦੇ ਸਨ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਜੀ ਸੱਤਿਆਗ੍ਰਹਿ ਦੀ ਪਾਲਣਾ ਕਰਦੇ ਸਨ। ਸੱਤਿਆਗ੍ਰਹਿ, ਇਹਦੇ ਉੱਤੇ 100% ਕੁਐਸਚਨ ਛਪਦਾ ਹੈ। ਸੱਤਿਆਗ੍ਰਹਿ ਦਾ ਸ਼ਬਦੀ ਅਰਥ ਹੈ ਸੱਚ ਤੇ ਡਟੇ ਰਹਿਣਾ। ਸੋ ਸੱਤਿਆਗ੍ਰਹਿ ਲਈ ਉਹ ਕਹਿੰਦੇ ਕਿਸੇ ਨਾਲ ਬਦਲਾ ਨਹੀਂ ਲੈਣਾ, ਠੀਕ ਹੈ, ਪਰਮਾਤਮਾ ਤੇ ਵਿਸ਼ਵਾਸ ਰੱਖਣਾ, ਇਹ ਸਾਰਾ ਕੁਝ ਸੀ। ਇਸ ਤੋਂ ਇਲਾਵਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ, ਮਹਾਤਮਾ ਦੀ ਉਪਾਧੀ ਰਵਿੰਦਰਨਾਥ ਟੈਗੋਰ, ਰਾਸ਼ਟਰਪਿਤਾ ਦੀ ਉਪਾਧੀ ਸੁਭਾਸ਼ ਚੰਦਰ ਬੋਸ ਜੀ ਨੇ। ਅੱਗੇ ਗਾਂਧੀ ਜੀ ਕਹਿੰਦੇ ਚੰਗੇ ਉਦੇਸ਼ਾਂ ਲਈ ਚੰਗੇ ਸਾਧਨ ਵਰਤੋ, ਅਧਿਕਾਰਾਂ ਨਾਲੋਂ ਕਰਤਵਾਂ ਤੇ ਜ਼ਿਆਦਾ ਜ਼ੋਰ ਦਿੰਦੇ ਸਨ, ਪਿਤਾ ਪੁਰਖੀ ਕੰਮਾਂ ਤੇ ਜ਼ੋਰ ਦਿੰਦੇ ਸਨ, ਪਿੰਡਾਂ ਦੇ ਵੱਡੇ ਵੱਡੇ ਸ਼ਹਿਰਾਂ ਨਾਲੋਂ ਪਿੰਡਾਂ ਨੂੰ ਜ਼ਿਆਦਾ ਮਹਾਨਤਾ ਦਿੰਦੇ ਸਨ। ਸੋ ਕੁਐਸਚਨ ਇਹਨਾਂ ਵਿੱਚੋਂ ਘੁਮਾ ਫਿਰਾ ਕੇ ਹੀ ਆਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਪੰਚਾਇਤੀ ਰਾਜ ਦੀ। ਇਹ ਮੈਂ ਤੁਹਾਨੂੰ 4 ਲੈਸਨ ਚੰਗੀ ਤਰ੍ਹਾਂ ਕਰਾਵਾਂਗੀ। ਬਾਕੀ ਜਿਹੜੇ ਤੁਹਾਡੇ April May ਦੇ ਲੈਸਨ ਹੈ ਬੇਟੇ, ਉਹ ਸੰਸਦੀ ਸਰਕਾਰ, ਭਾਰਤੀ ਲੋਕਤੰਤਰ ਅਤੇ ਰਾਜਨੀਤਿਕ ਪ੍ਰਣਾਲੀ ਤੁਸੀਂ ਬੜੀ ਵਾਰ ਕਰ ਚੁੱਕੇ ਹੋ, ਉਹ ਤੁਸੀਂ ਆਪ ਵੀ ਰਿਵਾਈਜ਼ ਕਰਿਓ। ਪੰਚਾਇਤੀ ਰਾਜ ਦੇ ਵਿੱਚ ਕੀ ਹੈ ਕਿ 73ਵੀਂ ਸੋਧ ਪੰਚਾਇਤੀ ਰਾਜ ਦੀ ਹੋਈ ਹੈ। 73ਵੀਂ ਸੋਧ ਰਾਹੀਂ ਭਾਗ 9 ਅਤੇ 11ਵੀਂ ਅਨੁਸੂਚੀ ਅੰਕਿਤ ਕੀਤੀ ਗਈ ਹੈ। ਇਹਨਾਂ ਤਿੰਨਾਂ ਉੱਤੇ ਇੱਕ ਕੁਐਸਚਨ ਪੇਪਰ ਦੇ ਵਿੱਚ ਬੱਚੇ ਆਂਦਾ ਹੀ ਆਂਦਾ ਹੈ, ਇਹਨਾਂ ਨੂੰ ਦੇਖਿਓ। ਸੋ 3 ਪੱਧਰੀ ਪੰਚਾਇਤ, ਵਿਚਕਾਰਲੀ ਪੰਚਾਇਤ, ਹੇਠਲੀ ਪੰਚਾਇਤ, ਉੱਪਰਲੇ ਪੱਧਰ ਦੀ ਪੰਚਾਇਤ। ਪੰਜਾਬ ਦੀ ਗੱਲ ਕਰੀਏ ਤਾਂ ਗ੍ਰਾਮ ਸਭਾ, ਗ੍ਰਾਮ ਪੰਚਾਇਤ, ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ। ਹੇਠਲੀ ਪੰਚਾਇਤ, ਇਹ ਵਿਚਕਾਰਲੀ ਪੰਚਾਇਤ, ਜ਼ਿਲ੍ਹਾ ਪਰਿਸ਼ਦ, ਉੱਪਰਲੇ ਪੱਧਰ ਦੀ ਪੰਚਾਇਤ। ਪੰਜਾਬ ਨੇ ਜਦੋਂ ਕਾਨੂੰਨ ਪਾਸ ਕੀਤਾ, ਉਹਦਾ ਕਾਨੂੰਨ ਦਾ ਨਾਮ ਹੈ ਪੰਜਾਬ ਪੰਚਾਇਤੀ ਰਾਜ ਕਾਨੂੰਨ 1994। ਠੀਕ ਹੈ ਜੀ। ਪਿੰਡਾਂ ਦੇ ਕੰਮ ਕਰੇਗੀ ਪੰਚਾਇਤ। ਪਿੰਡ ਕਿਹਦੇ ਅਧੀਨ? ਬਲਾਕ ਦੇ ਅਧੀਨ। ਤੇ ਜ਼ਿਲ੍ਹਾ ਪਰਿਸ਼ਦ ਦੇ ਅਧੀਨ ਪਿੰਡ ਵੀ ਆ ਗਏ ਅਤੇ ਬਲਾਕ ਵੀ ਆ ਗਏ। ਉੱਪਰ ਜ਼ਿਲ੍ਹਾ ਪਰਿਸ਼ਦ, ਜ਼ਿਲ੍ਹਾ ਤੇ ਨੀਚੇ ਬਲਾਕ, ਬਲਾਕਾਂ ਤੋਂ ਨੀਚੇ ਪਿੰਡ। 2 ਤਰ੍ਹਾਂ ਦੇ ਮੈਂਬਰ ਚੁਣੇ ਹੋਏ ਜੋ ਲੋਕ ਚੁਣਦੇ ਹਨ। ਸਹਿਯੋਗੀ ਮੈਂਬਰ ਜੋ MLA MPs ਹੁੰਦੇ ਹਨ, ਉਹ ਸਹਿਯੋਗੀ ਮੈਂਬਰ। ਕਾਰਜਕਾਰੀ ਅਧਿਕਾਰੀਆਂ ਤੇ ਕੁਐਸਚਨ ਬਹੁਤ ਆਉਂਦਾ ਹੈ। ਬਲਾਕ ਪੱਧਰ ਤੇ BDPO, ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ, ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਕਾਰਜਕਾਰੀ ਅਧਿਕਾਰੀ। ਜ਼ਿਲ੍ਹਾ ਪੱਧਰ ਦੇ ਉੱਤੇ ADC ਡਿਵੈਲਪਮੈਂਟ, ਇਹ ਵੀ ਕੀ ਹੈ, ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਅਧਿਕਾਰੀ। ਪੇਂਡੂ ਸੰਸਥਾਵਾਂ, ਜਦੋਂ ਆਪਾਂ ਪੇਂਡੂ ਸੰਸਥਾਵਾਂ ਕਹਿੰਦੇ, ਇਹਦੇ ਵਿੱਚ ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ, ਇਹਨਾਂ ਨੂੰ ਚੁਣਨ ਦੀ ਜ਼ਿੰਮੇਵਾਰੀ ਪਿੰਡਾਂ ਦੇ ਮਤਦਾਤਾਵਾਂ ਤੇ। ਯਾਦ ਰੱਖਣਾ, ਮਤਦਾਤਾ ਮੈਨੇ ਪਿੰਡ ਦਾ ਹਰ ਉਹ ਵਿਅਕਤੀ ਜਿਹਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈ, ਜਿਸ ਦਾ ਨਾਮ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹੀ ਇਹਨਾਂ ਦੀ ਚੋਣ ਵਿੱਚ ਭਾਗ ਲੈ ਸਕਦੇ ਹਨ। ਅਗਲੀ ਗੱਲ, ਪਿੰਡ ਪੰਚਾਇਤ ਤੋਂ ਜ਼ਿਲ੍ਹਾ ਪਰਿਸ਼ਦ ਵੱਲ ਵੱਧ ਰਹੇ ਕੰਮ। ਪਿੰਡ ਦੇ ਕੰਮ ਛੋਟੇ, ਬਲਾਕ ਦੇ ਉਸ ਤੋਂ ਵੱਡੇ, ਜ਼ਿਲ੍ਹਾ ਪਰਿਸ਼ਦ ਦੇ ਉਸ ਤੋਂ ਵੱਡੇ। ਅੱਗੇ, ਪਿੰਡਾਂ ਕਿਉਂ ਪੰਚਾਇਤੀ ਰਾਜ ਸਫਲ ਨਹੀਂ ਹੋ ਸਕਿਆ? ਕਿਉਂਕਿ ਪਿੰਡਾਂ ਵਿੱਚ ਗੁੱਟਬੰਦੀ ਹੈ।
ਪਿੰਡ ਦੇ ਲੋਕਾਂ ਵਿੱਚ ਅਗਿਆਨਤਾ, ਗਰੀਬੀ, ਧਨ ਦੀ ਘਾਟ ਅਤੇ ਸਰਕਾਰੀ ਦਖਲ, ਇਹ ਸਾਰੀਆਂ ਗੱਲਾਂ ਕਰਕੇ ਜਿੰਨਾ ਪੰਚਾਇਤੀ ਰਾਜ ਸਫਲ ਹੋਣਾ ਚਾਹੀਦਾ ਸੀ ਉਹਨਾਂ ਸਫਲ ਨਹੀਂ ਹੋ ਸਕਿਆ। ਅਗਲੀ ਗੱਲ, ਹਰ ਤਰ੍ਹਾਂ ਦੀ ਪੰਚਾਇਤ ਚਾਹੇ ਵਿਚਕਾਰਲਾ ਪੱਧਰ ਹੈ, ਉੱਪਰੀ ਪੱਧਰ ਹੈ, ਔਰਤਾਂ ਲਈ 50% ਅੱਧੇ ਸਥਾਨ, ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ਼੍ਰੇਣੀਆਂ ਲਈ ਰਾਖਵਾਂਕਰਨ ਕੀਤਾ ਜਾਂਦਾ ਹੈ। ਠੀਕ ਇਸੇ ਤਰੀਕੇ ਦੇ ਨਾਲ ਸਰਪੰਚ ਦੀ ਚੋਣ ਗ੍ਰਾਮ ਪੰਚਾਇਤ ਵੱਲੋਂ, ਬਲਾਕ ਸਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਆਪਣੇ ਚੇਅਰਮੈਨਾਂ ਅਤੇ ਪ੍ਰਧਾਨਾਂ ਦੀ ਚੋਣ ਕਰਨਗੇ। ਠੀਕ ਹੈ ਜੀ। ਕਰਾਂ, ਆਮਦਨ ਦੇ ਸਾਧਨਾਂ ਵਿੱਚ ਕਰਾਂ ਤੋਂ ਆਮਦਨ, ਸਰਕਾਰੀ ਗ੍ਰਾਂਟਾਂ ਤੋਂ ਆਮਦਨ, ਆਪਣੀ ਜਾਇਦਾਦ ਤੋਂ ਆਮਦਨ, ਇਹ ਸਾਰੇ ਆਮਦਨ ਦੇ ਸਾਧਨ ਨੇ। ਬਹੁਤ ਈਜ਼ੀ ਹੋਣ ਵਾਲਾ ਹੈ ਤੁਹਾਡਾ ਇਹ ਲੈਸਨ। ਇਸ ਲੈਸਨ ਨੂੰ ਬਸ ਤੁਸੀਂ ਸਮਝ ਕੇ ਚੱਲਣਾ ਹੈ। ਹੇਠਲੇ ਪੱਧਰ ਦੀ ਪੰਚਾਇਤ, ਵਿਚਕਾਰਲੇ ਪੱਧਰ ਦੀ ਪੰਚਾਇਤ, ਉੱਪਰਲੇ ਪੱਧਰ ਦੀ ਪੰਚਾਇਤ, ਸੋਧ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਭਾਗ ਪਤਾ ਹੋਣਾ ਚਾਹੀਦਾ ਹੈ, ਅਨੁਸੂਚੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਬੇਟੇ। ਅੱਗੇ ਹੁਣ ਅਸੀਂ ਗੱਲ ਕਰਾਂਗੇ ਅਪ੍ਰੈਲ ਮਈ ਦੇ ਸਿਲੇਬਸ ਦੀ। 3 ਲੈਸਨ ਆਣਗੇ, ਰਾਜਨੀਤਿਕ ਪ੍ਰਣਾਲੀ, ਸੰਸਦੀ ਢਾਂਚਾ ਅਤੇ ਭਾਰਤੀ ਲੋਕਤੰਤਰ। ਮੈਂ ਸੌਖਾ ਹੈ ਭਾਰਤੀ ਲੋਕਤੰਤਰ ਥੋੜਾ ਜਿਹਾ ਇੱਥੋਂ ਤੁਹਾਨੂੰ ਦੱਸਣਾ ਸ਼ੁਰੂ ਕਰਾਂਗੀ। ਸ਼ਾਇਦ ਦੇਖੋ, ਜਦੋਂ ਭਾਰਤੀ ਲੋਕਤੰਤਰ ਬੇਟੇ ਉਹਦੇ 2 ਤਰ੍ਹਾਂ ਦੇ ਤੱਤ ਨੇ, ਸਮਾਜਿਕ ਤੱਤ, ਆਰਥਿਕ ਤੱਤ। ਸਮਾਜਿਕ ਤੱਤ ਜਿਵੇਂ ਤੁਸੀਂ ਲਾ ਲਓ ਸੰਪਰਦਾਇਕਤਾ, ਜਾਤੀਵਾਦ, ਭਾਸ਼ਾਵਾਦ, ਵੱਖਵਾਦ, ਇਹ ਸਭ ਸਮਾਜਿਕ ਤੱਤ ਨੇ ਜੋ ਸਾਡੇ ਲੋਕਤੰਤਰ ਤੇ ਮਾੜਾ ਪ੍ਰਭਾਵ ਪਾਉਂਦੇ ਨੇ। ਆਰਥਿਕ ਤੱਤ ਜਿਵੇਂ ਗਰੀਬੀ ਹੋ ਗਈ, ਬੇਰੁਜ਼ਗਾਰੀ ਹੋ ਗਈ, ਭ੍ਰਸ਼ਟਾਚਾਰ ਹੋ ਗਿਆ, ਆਰਥਿਕ ਅਸਮਾਨਤਾ ਹੋ ਗਈ, ਇਹ ਵੀ ਸਾਡੇ ਲੋਕਤੰਤਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਨੇ। ਸੋ ਇਹਨਾਂ ਦੇ ਪ੍ਰਭਾਵਾਂ ਦੇ ਉੱਤੇ ਤੁਹਾਨੂੰ ਕੁਐਸਚਨ ਪੇਪਰ 'ਚ ਆ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਆਪਣੇ ਲੋਕਤੰਤਰ ਨੂੰ ਸਫਲ ਕਿੱਦਾਂ ਕਰਨਾ ਹੈ, ਇਹਦੀਆਂ ਲੋਕਤੰਤਰ ਲਈ ਜ਼ਰੂਰੀ ਸ਼ਰਤਾਂ ਤੇ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ। ਇਹ ਤੁਹਾਡੇ ਨੌਲੇਜ ਦੇ ਬੇਸ ਤੇ ਵੀ ਹੋ ਸਕਦਾ ਹੈ ਵੀ ਕੀ ਸਾਨੂੰ ਵੋਟ ਵੇਚਣੀ ਚਾਹੀਦੀ ਹੈ ਕਿ ਨਹੀਂ, ਕੀ ਸਾਨੂੰ ਪੜ੍ਹੇ ਲਿਖੇ ਹੋਣਾ ਚਾਹੀਦਾ ਹੈ ਜਾਂ ਨਹੀਂ, ਜਾਂ ਲੋਕਤੰਤਰ ਦੀ ਸਫਲਤਾ ਲਈ ਕਿਹੜੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਇਹਦੇ ਉੱਤੇ ਬੇਟੇ ਤੁਹਾਨੂੰ ਕੁਐਸਚਨਸ ਆ ਸਕਦੇ ਆ। ਅਗਲੀ ਗੱਲ ਆਪਾਂ ਕਰਾਂਗੇ ਸੰਸਦੀ ਸਰਕਾਰ ਦੀ। ਵੈਰੀ ਵੈਰੀ ਇੰਪੋਰਟੈਂਟ। ਸੰਸਦੀ ਸਰਕਾਰ ਵਿੱਚ ਕੀ ਹੈ ਕਿ ਸਾਡੇ ਕੇਂਦਰ ਵਿੱਚ ਵੀ ਅਤੇ ਰਾਜਾਂ ਵਿੱਚ ਵੀ ਸੇਮ ਸੰਸਦੀ ਢਾਂਚਾ ਹੈ। ਕੇਂਦਰ 'ਚ ਰਾਸ਼ਟਰਪਤੀ, ਇੱਧਰ ਰਾਜਪਾਲ, ਕੇਂਦਰ 'ਚ ਪ੍ਰਧਾਨ ਮੰਤਰੀ, ਰਾਜਾਂ 'ਚ ਮੁੱਖ ਮੰਤਰੀ, ਸੇਮ ਢਾਂਚਾ ਦੋਨਾਂ ਜਗ੍ਹਾ ਤੇ ਹੈ। ਨਾ ਮਾਤਰ ਕਾਰਜਪਾਲਿਕਾ ਰਾਸ਼ਟਰਪਤੀ, ਰਾਜਾਂ ਵਿੱਚ ਰਾਜਪਾਲ। ਅਸਲੀ ਕਾਰਜਪਾਲਿਕਾ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ, ਰਾਜਾਂ ਦੇ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ। ਇਹਦੇ ਤੇ ਕੁਐਸਚਨ ਆ ਸਕਦਾ ਹੈ। ਰਾਜਨੀਤਿਕ ਇਕਰੂਪਤਾ ਮੀਨਸ ਪ੍ਰਧਾਨ ਮੰਤਰੀ ਅਤੇ ਉਹਦਾ ਮੰਤਰੀ ਪਰਿਸ਼ਦ ਸਾਰੇ ਇੱਕੋ ਰਾਜਨੀਤਿਕ ਦਲ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ। ਕਿਉਂ? ਜੇ ਪ੍ਰਧਾਨ ਮੰਤਰੀ ਅਤੇ ਉਹਦੇ ਮੰਤਰੀ ਇੱਕੋ ਦਲ ਨਾਲ ਸੰਬੰਧਿਤ ਹੋਣਗੇ ਤਾਂ ਸਰਕਾਰ ਮਜ਼ਬੂਤੀ ਨਾਲ ਕੰਮ ਕਰ ਸਕਦੀ ਹੈ ਅਤੇ ਸੰਸਦੀ ਸਰਕਾਰ ਵਧੀਆ ਤਰ੍ਹਾਂ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਦੀ ਸਥਿਤੀ ਸਟਰੋਂਗ ਹੋ ਸਕਦੀ ਹੈ, ਸੋ ਲੋਕ ਸਭਾ ਦੀ ਸਥਿਤੀ ਵੀ ਸਟਰੋਂਗ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀਗਤ ਜ਼ਿੰਮੇਵਾਰੀ, ਜਦੋਂ ਇੱਕ ਮੰਤਰੀ ਦੀ ਗਲਤੀ ਕਾਰਨ ਇੱਕ ਨੂੰ ਅਸਤੀਫਾ ਦੇਣਾ ਪਵੇ, ਵਿਅਕਤੀਗਤ ਜ਼ਿੰਮੇਵਾਰੀ ਜਦੋਂ ਕਿਸੇ ਸਰਕਾਰੀ ਬਿੱਲ ਦੇ ਰੱਦ ਜਾਂ ਸਰਕਾਰ ਦੀ ਗਲਤੀ ਕਰਕੇ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਪੂਰੀ ਤਰ੍ਹਾਂ ਖਤਮ ਹੋਵੇ ਤਾਂ ਉਸ ਨੂੰ ਅਸੀਂ ਕਹਿੰਦੇ ਆ ਸਾਂਝੀ ਜ਼ਿੰਮੇਵਾਰੀ। ਸੋ ਬੇਟੇ ਇਹ ਤੁਹਾਨੂੰ ਇਹਦੇ ਉੱਤੇ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਚੰਗੀ ਤਰ੍ਹਾਂ ਕਰਕੇ ਜਾਣੀਆਂ ਹਨ। ਅੱਗੇ ਗੱਲ ਕਰਦੇ ਆ ਰਾਜਨੀਤਿਕ ਪ੍ਰਣਾਲੀ ਦੀ। ਸੋ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਡੇਵਿਡ ਈਸਟਨ ਨੇ 1953 ਦੇ ਵਿੱਚ ਦਾ ਪੋਲੀਟੀਕਲ ਸਿਸਟਮ ਨਾਮ ਦੀ ਕਿਤਾਬ ਲਿਖੀ। ਉਸ ਤੋਂ ਇਲਾਵਾ ਰੋਬਰਟ ਡੈਲ ਨੇ ਕਿਹੜੀ ਲਿਖੀ? ਸਾਰੀਆਂ ਕਿਤਾਬਾਂ ਦੇ ਨਾਮ ਤੁਹਾਡੇ ਪਹਿਲੇ ਪੈਰੇ ਵਿੱਚ, ਪਹਿਲੇ ਲੈਸਨ ਦੇ ਪਹਿਲੇ ਪੈਰੇ 'ਚ ਉਹ ਤੁਸੀਂ ਕਰਕੇ ਜਾਣੇ ਹਨ। ਨਿਵੇਸ਼ ਨਿਕਾਸ ਕਾਰਜ, ਲੋਕਾਂ ਦੀਆਂ ਮੰਗਾਂ, ਨਿਕਾਸ ਪ੍ਰਣਾਲੀ ਦੇ ਨਿਰਣੇ। ਪ੍ਰਣਾਲੀ ਦਾ ਮੁੱਖ ਕੰਮ ਲੋਕਾਂ ਦੀਆਂ ਮੰਗਾਂ ਨੂੰ ਨਿਰਣਿਆਂ ਵਿੱਚ ਬਦਲਣਾ। ਜਦੋਂ ਪ੍ਰਣਾਲੀ ਕੰਮ ਕਰਦੀ ਹੈ ਤਾਂ ਦੇਸ਼ ਦੇ ਅੰਦਰੂਨੀ ਵਾਤਾਵਰਣ ਦਾ ਪ੍ਰਭਾਵ ਵੀ ਪੈਂਦਾ ਹੈ ਅਤੇ ਬਾਹਰੀ ਵਾਤਾਵਰਣ ਦਾ ਪ੍ਰਭਾਵ ਵੀ ਪੈਂਦਾ ਹੈ। ਇਸੇ ਤਰੀਕੇ ਨਾਲ ਜਦੋਂ ਪ੍ਰਣਾਲੀ ਕੰਮ ਕਰਦੀ ਹੈ ਤਾਂ ਸਾਨੂੰ ਪ੍ਰਣਾਲੀ ਨੂੰ ਸਮਰਥਨ ਦੇਣਾ ਪੈਂਦਾ ਹੈ, ਭੌਤਿਕ ਸਮਰਥਨ ਵੀ ਦੇਣਾ ਪੈਂਦਾ ਹੈ, ਪ੍ਰਣਾਲੀ 'ਚ ਭਾਗ ਲੈ ਕੇ ਸਹਿਭਾਗੀ ਸਮਰਥਨ ਦੇਣਾ ਪੈਂਦਾ ਹੈ, ਪ੍ਰਣਾਲੀ ਦੇ ਨੂੰ ਸਨਮਾਨ ਸਮਰਥਨ ਦੇਣਾ ਪੈਂਦਾ ਹੈ। ਸੋ ਇਹਨਾਂ ਉੱਤੇ ਵੀ ਤੁਹਾਨੂੰ ਵਿੱਚੋਂ ਕੁਐਸਚਨਸ ਆ ਸਕਦੇ ਹਨ। ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਵੈਰੀ ਇੰਪੋਰਟੈਂਟ ਵਿਸ਼ੇਸ਼ਤਾਵਾਂ ਤੁਸੀਂ ਚੰਗੀ ਤਰ੍ਹਾਂ ਕਰਨੀਆਂ ਨੇ। ਰਾਜਨੀਤਿਕ ਸੰਰਚਨਾ ਜਾਂ ਅੰਗ, ਉਹ ਸਾਰੇ ਅੰਗ ਜੋ ਪ੍ਰਣਾਲੀ ਦਾ ਕੰਮ ਸਿੱਧੇ ਜਾਂ ਅਸਿੱਧੇ ਰੂਪ 'ਚ ਕਰਦੇ ਹਨ ਉਸ ਨੂੰ ਅਸੀਂ ਰਾਜਨੀਤਿਕ ਸੰਰਚਨਾ ਕਹਿੰਦੇ ਹਾਂ। ਇਹ ਰਸਮੀ ਅਤੇ ਗੈਰ ਰਸਮੀ। ਰਸਮੀ ਸੰਰਚਨਾ ਉਹ ਅੰਗ ਜੋ ਸਿੱਧੇ ਪ੍ਰਣਾਲੀ ਦਾ ਕੰਮ ਕਰਦੇ ਹਨ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਰਸਮੀ ਅੰਗ ਕਿਹੜੇ ਹਨ। ਗੈਰ ਰਸਮੀ ਜੋ ਅਸਿੱਧੇ ਤੌਰ ਤੇ ਜਾਤੀ ਸਮੂਹ ਹੈ, ਹਿੱਤ ਸਮੂਹ ਹੈ, ਸਾਡੇ ਰਾਜਨੀਤਿਕ ਦਲ ਨੇ, ਇਹ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੇ ਕੰਮ ਕਰਦੇ ਹਨ, ਦੈਟ ਇਜ਼ ਕਾਲਡ ਰਾਜਨੀਤਿਕ ਸੰਰਚਨਾ। ਫੀਡਬੈਕ ਲੂਪ ਦੇ ਉੱਤੇ ਤੁਹਾਨੂੰ ਮਾਰਚ ਤੱਕ ਦੀ ਪ੍ਰੀਖਿਆ ਦੇ ਵਿੱਚ 4 ਨੰਬਰ ਦਾ ਕੁਐਸਚਨ ਜਾਂ 1 ਨੰਬਰ ਦਾ ਕੁਐਸਚਨ ਵੀ ਫੀਡਬੈਕ ਲੂਪ ਤੇ ਤੁਹਾਨੂੰ ਆ ਸਕਦਾ ਹੈ। ਇਹ ਵੀ ਬੇਟੇ ਬਹੁਤ ਇੰਪੋਰਟੈਂਟ ਹੈ।
आई थिंक कि जिन्नी जल्दी मेरे तो हो सकिया मैं तुहानू मैक्सिमम रिवाइज करवा दिता है। बाकी तुहाडे लैक्चरर साहिबान ने भी तुहानू बहुत चंगी डिटेल दे विच लैसनस करवाए होने बेटे। मैनू जो लगता है मैं अपनी क्लास विच एक लैसन 8 तो 10 दिनों के विच खत्म करदी हाँ। हुण साडे कोल 35 मिनट सी जिहदे च असीं 7 लैसन रिवाइज कीते है, पर फिर भी जदों तुसीं रिवाइज करोगे बैठ के एक एक अखर नूं ध्यान नाल सुनना, जिहड़ा लैसन रिवाइज करोगे उहदी गल्लां नूं ध्यान नाल सुनना अते अपने लैसन की रीडिंग लैना। मैं तुहानू सारिआं नूं बड़ी शुभ इच्छावां दिंदी हां। मैनू पता है कि जे तुसी ध्यान दे नाल सोच समझ के लैसन करोगे तो पक्का है कि तुसी 40 विचों 40 नंबर भी लाओगे अते पैस दे पेपर दे विच भी तुहाडी कामयाबी जरूर होएगी। सो किसी भी गलती दे लई मैं बहुत खिमा चाहुंदी हाँ। जल्दी बोलिया कुछ गलती हो गई होवे खिमा चाहुंदी हाँ। तुहानू एक बारी फिर शुभ इच्छावां, बहुत बहुत प्यार भरी धन्यवाद। थैंक यू।